ਸਤਿ ਸ਼੍ਰੀ ਅਕਾਲ। ਜਗਬਾਣੀ ਦੇ ਨਿਊਜ਼ ਰੂਮ ਲਾਈਵ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ। ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲਗਾਤਾਰ ਹਰ ਰੋਜ਼ ਇੱਕ ਨਵਾਂ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ। ਸਾਰੀਆਂ ਸਿਆਸੀ ਧਿਰਾਂ ਨੇ ਜਾਂ ਆਮ ਕਿਸਾਨ ਨੇ ਜਾਂ ਇਸ ਤੋਂ ਇਲਾਵਾ ਪੰਜਾਬ ਦੇ ਕਲਾਕਾਰ ਨੇ ਹਰ ਰੋਜ਼ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕਰ ਰਹੇ ਨੇ ਤੇ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਖੇਤੀ ਬਿੱਲ ਜੋ ਕੇਂਦਰ ਦੇ ਵੱਲੋਂ ਪਾਸ ਕੀਤੇ ਗਏ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ। ਤਾਂ ਹੁਣ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਤੋਂ ਇਲਾਵਾ ਰਾਹੁਲ ਗਾਂਧੀ ਵੀ ਇਸ ਪ੍ਰਦਰਸ਼ਨ ਦੇ ਵਿੱਚ ਐਂਟਰੀ ਲੈਣ ਲੱਗੇ ਨੇ। 2 ਅਕਤੂਬਰ ਨੂੰ ਰਾਹੁਲ ਗਾਂਧੀ ਪੰਜਾਬ ਆਉਣਗੇ। ਪੰਜਾਬ ਦੇ ਮੋਗਾ ਤੋਂ ਆਪਣੀ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨਗੇ। ਉਸ ਤੋਂ ਬਾਅਦ 3 ਅਕਤੂਬਰ ਨੂੰ ਸੰਗਰੂਰ ਜਾਣਗੇ ਤੇ 4 ਅਕਤੂਬਰ ਨੂੰ ਪਟਿਆਲੇ ਦਾ ਦੌਰਾ ਕਰਨਗੇ। ਤਾਂ ਪੰਜਾਬ ਦੇ ਵਿੱਚ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਹੁਣ ਕਾਂਗਰਸ ਪ੍ਰਧਾਨ ਜਿਹੜੇ ਸਾਬਕਾ ਰਹਿ ਚੁੱਕੇ ਨੇ ਰਾਹੁਲ ਗਾਂਧੀ, ਉਹ ਵੀ ਹੁਣ ਐਂਟਰੀ ਕਰਨਗੇ ਅਤੇ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਕੇਂਦਰ ਸਰਕਾਰ ਨੂੰ ਘੇਰਨਗੇ। ਇਸ ਤੋਂ ਇਲਾਵਾ ਲਗਾਤਾਰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਅਕਾਲੀ ਦਲ ਦੇ ਵੱਲੋਂ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ ਕਿ ਸੰਸਦ ਦੇ ਵਿੱਚ ਜਦੋਂ ਇਹ ਕਾਨੂੰਨ ਪਾਸ ਹੋ ਰਹੇ ਸਨ, ਜਦੋਂ ਬਿੱਲ ਪਾਸ ਹੋ ਰਹੇ ਸਨ, ਉਸ ਸਮੇਂ ਦੋਨੇ ਪਿਓ ਪੁੱਤ ਗੈਰ ਹਾਜ਼ਰ ਸਨ ਕਿਉਂਕਿ ਸੋਨੀਆ ਗਾਂਧੀ ਦੀ ਤਬੀਅਤ ਖਰਾਬ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਵਿਦੇਸ਼ੀ ਦੌਰੇ ਤੇ ਜਾਣਾ ਪਿਆ ਆਪਣੇ ਇਲਾਜ ਦੇ ਲਈ। ਤਾਂ ਉਸੇ ਕਰਕੇ ਰਾਹੁਲ ਗਾਂਧੀ ਵੀ ਗੈਰ ਹਾਜ਼ਰ ਰਹੇ ਸੰਸਦ ਦੇ ਵਿੱਚ। ਤਾਂ ਅਕਾਲੀ ਦਲ ਦੇ ਵੱਲੋਂ ਲਗਾਤਾਰ ਉਹਨਾਂ ਦੇ ਉੱਤੇ ਤੰਜ ਕੱਸਿਆ ਗਿਆ ਕਿ ਜੇਕਰ ਕਿਸਾਨ ਹਿਤੈਸ਼ੀ ਪਾਰਟੀ ਹੈ ਕਾਂਗਰਸ, ਤਾਂ ਸੰਸਦ ਦੇ ਵਿੱਚ ਦੋਵੇਂ ਮਾਂ ਪਿਓ ਕਿਉਂ ਮੌਜੂਦ ਨਹੀਂ ਸਨ। ਤਾਂ ਜਿਸ ਤਰ੍ਹਾਂ ਜਦੋਂ ਇਹ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ, ਉਸ ਤੋਂ ਬਾਅਦ ਅੱਜ ਰਾਹੁਲ ਗਾਂਧੀ ਨੂੰ ਲੈ ਕੇ ਇਹ ਵੱਡਾ ਜਿਹੜਾ ਬਿਆਨ ਸਾਹਮਣੇ ਆਇਆ ਕਿ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਐਲਾਨ ਕਰਨਗੇ, ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਖੁਦ ਪੰਜਾਬ ਦੇ ਵਿੱਚ ਆਉਣਗੇ। ਤੇ ਇਸ ਤੋਂ ਇਲਾਵਾ ਪੰਜਾਬ ਤੋਂ ਬਾਅਦ ਹਰਿਆਣੇ ਦਾ ਰੁਖ ਵੀ ਰਾਹੁਲ ਗਾਂਧੀ ਦੇ ਵੱਲੋਂ ਕੀਤਾ ਜਾਵੇਗਾ, ਜਿਸ ਦੀ ਜਾਣਕਾਰੀ ਵੱਖ-ਵੱਖ ਜਿਹੜੇ ਕਾਂਗਰਸ ਦੇ ਨੇਤਾ ਨੇ ਉਹ ਲਗਾਤਾਰ ਦੇ ਰਹੇ ਨੇ। ਇਸ ਤੋਂ ਇਲਾਵਾ ਨਵੇਂ ਨਿਯੁਕਤ ਇੰਚਾਰਜ ਕੀਤੇ ਗਏ ਨੇ ਜਿਹੜੇ ਪੰਜਾਬ ਮਾਮਲਿਆਂ ਦੇ, ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪੰਜਾਬ ਕਾਂਗਰਸ ਬਿਲਕੁਲ ਤਿਆਰ ਹੈ ਰਾਹੁਲ ਗਾਂਧੀ ਦੇ ਸਵਾਗਤ ਦੇ ਲਈ ਅਤੇ ਕੇਂਦਰ ਸਰਕਾਰ ਨੂੰ ਘੇਰਨ ਦੇ ਲਈ। हम एक यात्रा प्लान कर रहे हैं, शॉर्ट यात्रा। तो उसमें कि भाई राहुल जी को हम आमंत्रित करना चाहते हैं, लेकिन देखना पड़ेगा उनका प्रोग्राम क्या है। तो मगर जब आप आमंत्रित करते हैं तो तैयारियां आपको करनी पड़ती हैं। तो हम अपनी तैयारी की बात कर रहे हैं, मगर बाकी उनका कार्यक्रम देने पर है। ਤਾਂ ਲਗਾਤਾਰ ਕੇਂਦਰ ਸਰਕਾਰ ਨੂੰ ਘੇਰਨ ਦੇ ਲਈ ਹਰ ਇੱਕ ਪਾਰਟੀ ਆਪਣੇ ਪੱਧਰ ਤੇ ਜ਼ੋਰ ਲਗਾ ਰਹੀ ਹੈ। ਤਾਂ ਹੁਣ ਕਾਂਗਰਸ ਨੂੰ ਵੀ ਰਾਹੁਲ ਗਾਂਧੀ ਨੂੰ ਮੈਦਾਨ ਦੇ ਵਿੱਚ ਲੈ ਕੇ ਆਉਣਾ ਪਿਆ। ਪੂਰੀ ਜਾਣਕਾਰੀ ਲੈਣੇ ਆ ਤੇ ਗੱਲਬਾਤ ਕਰ ਰਹੇ ਇਸ ਸਮੇਂ ਮੇਰੇ ਨਾਲ ਸੀਨੀਅਰ ਪੱਤਰਕਾਰ ਅਤੁਲ ਸ਼ਰਮਾ ਮੌਜੂਦ ਨੇ। ਅਤੁਲ ਜੀ, ਹੁਣ ਇਸ ਪਾਰੀ ਨੂੰ ਕਿਵੇਂ ਦੇਖਿਆ ਜਾਵੇ, ਕਿਉਂਕਿ ਕਾਂਗਰਸ ਬੇਸ਼ੱਕ ਇਹ ਪਹਿਲਾਂ ਕਹਿ ਚੁੱਕੀ ਹੈ ਕਿ ਅਦਾਲਤ ਦਾ ਰੁਖ ਅਖਤਿਆਰ ਕੀਤਾ ਜਾਵੇਗਾ, ਪਰ ਸ਼ਾਇਦ ਕਿਸਾਨ ਨੇ ਜਿਹੜੇ ਉਹ ਇਸ ਦੇ ਨਾਲ ਕਹਿ ਸਕਦੇ ਆ ਕਿ ਸੰਤੁਸ਼ਟ ਨਹੀਂ ਹੋ ਰਹੇ। ਤਾਂ ਇਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ। ਜੇ ਤੁਸੀਂ ਓਵਰਆਲ ਇਸ ਨਜ਼ਰੀਏ ਨੂੰ ਦੇਖੋ ਤੇ ਜਿਹੜਾ ਕਿਸਾਨ ਹੈ ਉਹ ਕੈਪਟਨ ਸਰਕਾਰ ਤੋਂ ਇੰਨਾ ਨਾਰਾਜ਼ ਨਹੀਂ ਹੈ ਤੇ ਸਿਆਸੀ ਪੱਧਰ ਤੇ ਜਿਹੜੀ ਕਾਂਗਰਸ ਪਾਰਟੀ ਹੈ ਇਸ ਨੂੰ ਆਪਣਾ ਪੱਖ ਸਮਝਦੀ ਹੈ, ਇਹ ਫੇਵਰ ਸਮਝਦੀ ਹੈ। ਉਸੇ ਹਿਸਾਬ ਨਾਲ ਜਿਹੜਾ ਅਕਾਲੀ ਦਲ ਆ ਉਹ ਤਾਂ ਹੀ ਅਚਾਨਕ ਇੰਨਾ ਸਰਗਰਮ ਹੋਇਆ, ਪਿੱਛੋਂ ਅੱਗੇ ਆਉਣ ਦੀ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਪੈਦਲ ਚੱਲਦੀ ਪਈ ਕਿਉਂਕਿ ਗੱਲ ਇਸ਼ੂ ਨੂੰ ਕੈਸ਼ ਕਰਨ ਦੀ ਹੈ, ਕਿਉਂਕਿ ਕਿਸਾਨਾਂ ਨਾਲ ਵੀ ਜਦੋਂ ਮੀਟਿੰਗ ਹੋਈ ਹੈ ਤੇ ਸਰਕਾਰ ਨੇ ਜੋ ਕਿਸਾਨਾਂ ਨੇ ਕਿਹਾ ਮੰਨ ਲਿਆ। ਜੇ ਉਹਨਾਂ ਨੇ ਕਿਹਾ ਕਿ ਤੁਸੀਂ ਰੈਜ਼ੋਲੂਸ਼ਨ ਪਾਸ ਕਰੋ, ਸੈਸ਼ਨ ਬੁਲਾਓ, ਉਹਨਾਂ ਨੇ ਹਾਮੀ ਭਰਤੀ। ਮਤਲਬ ਕਾਂਗਰਸ ਇਸ ਚੀਜ਼ ਨੂੰ ਆਪਣੇ ਪੱਖ ਸਮਝਦੀ ਪਈ ਹੈ ਕਿ ਕਿਸਾਨ ਉਹਦੇ ਨਾਲ ਹੈ, ਕਿਉਂਕਿ ਸਿਆਸਤ ਦਾ ਮਤਲਬ ਹੀ ਹੈ ਕਿ ਮੁੱਦੇ ਨੂੰ ਭੁਨਾਣਾ, ਉਹਨੂੰ ਕੈਸ਼ ਕਰਨਾ। ਉਹੀ ਹੁਣ ਜਿਹੜਾ ਫੀਡਬੈਕ ਉੱਪਰ ਤੱਕ ਗਿਆ ਵਾ, ਕਿਉਂਕਿ ਪੰਜਾਬ 'ਚ ਜ਼ਿਆਦਾ ਪੰਗਾ ਪੈਂਦਾ ਪਿਆ, ਉਹੀ ਜਿਹੜਾ ਹਾਈਕਮਾਨ ਤੱਕ ਮੌਕਾ ਗਿਆ ਵਾ ਉਹਨੂੰ ਹੀ ਕੈਸ਼ ਕਰਨ ਲਈ, ਕਿਉਂਕਿ ਪੰਜਾਬ ਦੇ ਵਿੱਚ ਹੀ ਅਕਾਲੀ ਦਲ ਸਭ ਤੋਂ ਜ਼ਿਆਦਾ ਗੱਲ ਕਰ ਰਿਹਾ ਸੀਗਾ ਰਾਹੁਲ ਗਾਂਧੀ ਨੂੰ ਲੈ ਕੇ, ਕਿਉਂਕਿ ਆਮ ਆਦਮੀ ਪਾਰਟੀ ਨਹੀਂ ਬੋਲ ਰਹੀ ਸੀ, ਕਿਉਂਕਿ ਕੇਜਰੀਵਾਲ ਦਾ ਖੁਦ ਕੋਈ ਸਟੇਟਮੈਂਟ ਨਹੀਂ ਸੀ। ਅਚਾਨਕ ਜਦੋਂ ਹਰਸਿਮਰਤ ਔਰ ਸੁਖਬੀਰ ਨੇ ਜਦੋਂ ਕਮਾਨ ਫੜੀ, ਕਿਉਂਕਿ ਉਹ ਸੈਂਟਰ ਦੀ ਲੀਡਰਸ਼ਿਪ ਤੋਂ ਅਸਤੀਫਾ ਦੇ ਕੇ ਆਏ ਸੀ, ਫਿਰ ਉਹਨਾਂ ਨੇ ਨਿਸ਼ਾਨਾ ਵੀ ਵੱਡੇ ਲੀਡਰਾਂ ਨੂੰ ਲਗਾਉਣਾ ਸ਼ੁਰੂ ਕੀਤਾ ਹੈ ਨਾ। ਜਦੋਂ ਕੇਜਰੀਵਾਲ ਨੂੰ ਕਰ ਰਹੇ ਸੀ ਤੇ ਜ਼ਿਆਦਾ ਉਹਨਾਂ ਦਾ ਨਿਸ਼ਾਨਾ ਕਾਂਗਰਸ ਸੀ, ਉਹ 'ਚ ਰਾਹੁਲ ਗਾਂਧੀ ਦਾ ਨਾਮ ਵੀ ਆ ਰਿਹਾ ਸੀ। ਸੁਖਬੀਰ ਔਰ ਹਰਸਿਮਰਤ ਹਰ ਸਟੇਜ 'ਤੇ ਜਾ ਕੇ ਰਾਹੁਲ ਗਾਂਧੀ ਦਾ ਨਾਮ ਲੈ ਰਹੇ ਸੀ, ਮੈਨੀਫੈਸਟੋ ਦਿਖਾ ਰਹੇ ਸੀ। ਬਾਰ-ਬਾਰ ਉਹਨਾਂ ਦਾ ਨਾਮ ਤੇ ਲੈਣ ਤੇ ਇਸੇ ਕਰਕੇ ਹੀ ਕਾਂਗਰਸ ਨੇ ਦੇਖਿਆ ਕਿ ਉਹਨਾਂ ਦੀ ਪੰਜਾਬ 'ਚ ਪੋਜੀਸ਼ਨ ਅੱਛੀ ਹੈ, ਕਿ ਉਹਨਾਂ ਮਾਮਲੇ ਨੂੰ ਕੈਸ਼ ਕਰ ਦਿੱਤਾ ਜਾਵੇ। ਇਸੇ ਚੱਕਰ 'ਚ ਹੀ ਰਾਹੁਲ ਗਾਂਧੀ ਹੁਣ ਆ ਰਹੇ ਹੈ। 2, 3 ਔਰ 4 ਤਰੀਕ ਨੂੰ ਮੋਗਾ, ਸੰਗਰੂਰ ਔਰ ਪਟਿਆਲਾ ਦੇ ਵਿੱਚ ਹੋਏਗੀ। ਇਸ ਦੌਰਾਨ ਅਮਰਗੜ੍ਹ ਤੋਂ ਇਹ ਕਹਿੰਦਾ ਕਿ ਹਸਤਾਖਰ ਅਭਿਆਨ ਵੀ ਸ਼ੁਰੂ ਹੋਏਗਾ। ਹੁਣ ਉਸੇ ਹੀ ਕੜੀ ਦੇ ਵਿੱਚ ਕਾਂਗਰਸ ਇੱਕ ਤਰੀਕ ਨਾਲ 2 ਨਿਸ਼ਾਨੇ ਲਗਾਉਣ ਲੱਗੀ ਹੈ। ਨਵਜੋਤ ਸਿੰਘ ਸਿੱਧੂ ਵੀ ਘਰ ਬੈਠੇ ਹੋਏ ਸੀਗੇ, ਇੱਕ ਉਹਨਾਂ ਦੇ ਵੀ ਘੁੰਡ ਚੁਕਾਈ ਦੁਬਾਰਾ ਹੋਣ ਲੱਗੀ ਹੈ, ਕਿਉਂਕਿ ਰਾਹੁਲ ਗਾਂਧੀ ਆਉਣਗੇ, ਉਹ ਉਹਨਾਂ ਦੇ ਨਾਲ ਹੀ ਹੋਣਗੇ। ਸੋ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪੂਰਾ ਕੈਸ਼ ਕਰ ਰਹੀ ਹੈ। ਇੱਕ ਤਾਂ ਜਿਹੜੀ ਘਰ ਦੀ ਲੜਾਈ ਸੀ ਉਹ ਸ਼ੁਰੂ ਕਰਨ, ਉਹਨੂੰ ਖਤਮ ਕੀਤਾ ਜਾਏਗਾ, ਕਿਉਂਕਿ
ਉਹਨੇ ਨਵਜੋਤ ਸਿੰਘ ਸਿੱਧੂ ਨੂੰ ਉਹਦਾ ਧਿਆਨ ਨਹੀਂ ਸੀਗਾ। ਉਹਨਾਂ ਦਾ ਸਾਫ਼ ਕਹਿਣਾ ਕਿ ਉਹਨਾਂ ਦੀ ਨੇੜਤਾ ਗਾਂਧੀ ਪਰਿਵਾਰ ਵਾਲੀ ਹੈ। ਫਿਰ ਗਾਂਧੀ ਪਰਿਵਾਰ ਦੇ ਜੋ ਆਪ ਆਉਣਗੇ ਸੋ ਦੋ ਜਿਹੜੇ ਹੈ ਨਿਸ਼ਾਨੇ ਸਾਧਨ ਦੀ ਤਿਆਰੀ 'ਚ ਹੈ ਕਾਂਗਰਸ। ਇੱਕ ਤਾਂ ਕਿਸਾਨਾਂ ਨੂੰ ਹੱਕ ਪੱਖ ਲੈ ਕੇ ਸਭ ਕੁਝ ਕੀਤਾ ਜਾ ਰਿਹਾ, ਔਰ ਜਿਹੜਾ ਦੂਜਾ ਵਾ ਨਵਜੋਤ ਸਿੰਘ ਸਿੱਧੂ ਦੁਬਾਰਾ ਜਿਹੜੇ ਆ ਕਿ ਫੀਲਡ 'ਚ ਆ ਜਾਣਗੇ, ਔਰ ਉਹਨਾਂ ਲੱਗਦਾ ਕਿ ਇਹਦਾ ਵੀ ਇਹਨਾਂ ਨੂੰ ਕਾਂਗਰਸ ਨੂੰ ਫਾਇਦਾ ਹੋਏਗਾ। ਜੀ ਬਹੁਤ ਬਹੁਤ ਸ਼ੁਕਰੀਆ ਅਤੁਲ ਜੀ ਜਾਣਕਾਰੀ ਦੇ ਲਈ। ਸੋ ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਰਾਹੁਲ ਗਾਂਧੀ ਨੂੰ ਲੈ ਕੇ ਆ ਰਹੀ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਇਹ ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਕਿਉਂਕਿ ਹਰੀਸ਼ ਰਾਵਤ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ, ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਨਵਜੋਤ ਸਿੰਘ ਸਿੱਧੂ ਅਤੇ ਰਾਹੁਲ ਗਾਂਧੀ ਦੇ ਹੱਥ 'ਚ ਹੁਣ ਸ਼ਾਇਦ ਪੰਜਾਬ ਕਾਂਗਰਸ ਦੀ ਜਿਹੜੀ ਕਮਾਨ ਉਹਨਾਂ ਦੇ ਹੱਥ 'ਚ ਫੜਾਈ ਜਾਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੇ ਕਿਸ ਤਰੀਕੇ ਦੇ ਨਾਲ ਹੁਣ ਇਸ ਪੂਰੇ ਸੰਘਰਸ਼ ਨੂੰ ਲੀਡ ਕਰਨਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣ ਵਾਲਾ ਹੋਵੇਗਾ ਕਿ ਕਾਂਗਰਸ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਖੜਦੀ ਹੈ ਤੇ ਕਿਸਾਨਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਲਈ ਹੋਰ ਕੀ ਜਿਹੜੇ ਪੈਂਤੜੇ ਨੇ ਉਹ ਕਾਂਗਰਸ ਦੇ ਵੱਲੋਂ ਅਪਣਾਏ ਜਾਂਦੇ ਨੇ। ਤਾਂ ਇੱਕ ਪਾਸੇ ਜਿਹੜੇ ਕਾਂਗਰਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਲਗਾਤਾਰ ਮੈਦਾਨ ਦੇ ਵਿੱਚ ਉਤਰੀ ਹੋਈ ਹੈ। ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਲਗਾਤਾਰ ਪਿੰਡ-ਪਿੰਡ ਜਾ ਰਹੇ ਨੇ, ਜਿਸ ਦੇ ਲਈ ਉਹਨਾਂ ਦੇ ਵੱਲੋਂ ਅੱਜ ਗ੍ਰਾਮ ਸਭਾ ਬਚਾਓ ਮੁਹਿੰਮ ਜਿਹੜੀ ਉਹ ਚਲਾਈ ਗਈ ਕਿ ਪਿੰਡ-ਪਿੰਡ ਜਾਇਆ ਜਾਵੇ ਤੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕਿਸ ਤਰ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਗ੍ਰਾਮ ਸਭਾ ਦਾ ਇਜਲਾਸ ਬੁਲਾ ਸਕਦੀਆਂ ਨੇ ਤੇ ਉਸ ਤੋਂ ਬਾਅਦ ਉੱਥੇ ਮਤਾ ਪਾਸ ਕੀਤਾ ਜਾ ਸਕਦਾ ਹੈ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ। ਤੇ ਜੇਕਰ ਇਹਨਾਂ ਗ੍ਰਾਮ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਦੇਸ਼ ਦਾ ਕੋਈ ਵੀ ਕਾਨੂੰਨ ਇਹਨਾਂ ਮਤਿਆਂ ਦੇ ਖਿਲਾਫ ਨਹੀਂ ਜਾ ਸਕਦਾ। ਤਾਂ ਭਗਵੰਤ ਮਾਨ ਦੇ ਵੱਲੋਂ ਇਹ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ, ਪਿੰਡਾਂ ਦੇ ਵਿੱਚ ਜਾਇਆ ਜਾ ਰਿਹਾ। ਅੱਜ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਜਾ ਕੇ ਭਗਵੰਤ ਮਾਨ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਤੇ ਉੱਥੇ ਲੋਕਾਂ ਨੂੰ ਅਵੇਅਰ ਕੀਤਾ ਗਿਆ। ਲੋਕਾਂ ਦੀ ਹਾਜ਼ਰੀ ਦੇ ਵਿੱਚ, ਪੰਚਾਇਤ ਦੀ ਹਾਜ਼ਰੀ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਤਾ ਪਾਸ ਕੀਤਾ ਜਾਣਾ ਤੇ ਕਿਸ ਤਰ੍ਹਾਂ ਇਸ ਨੂੰ ਅਦਾਲਤ ਦਾ ਜਿਹੜੇ ਅੱਗੇ ਜਾ ਕੇ ਇਹਨੂੰ ਵਰਤਿਆ ਜਾ ਸਕਦਾ ਹੈ। ਇੱਕ ਮਤਾ ਪੇਸ਼ ਹੋਇਆ ਕਿ ਜੋ ਗ੍ਰਾਮ ਪੰਚਾਇਤ ਵੱਲੋਂ ਸਭਾ ਦੀ ਮੀਟਿੰਗ ਕਰਨ ਸੰਬੰਧੀ ਏਜੰਡਾ ਕੱਢਿਆ ਗਿਆ ਸੀ, ਉਸ ਸੰਬੰਧੀ ਪਿੰਡ ਵਿੱਚ ਚੌਕੀਦਾਰ ਰਾਹੀਂ ਬੁਨਿਆਦੀ ਅਤੇ ਗੁਰਦੁਆਰਾ ਸਾਹਿਬ ਦੀ ਰਾਹੀਂ ਅਨਾਉਂਸਮੈਂਟ ਕਰਵਾਈ ਗਈ ਸੀ। ਪਿੰਡ ਦੇ ਲੋਕਾਂ ਦਾ ਇਕੱਠ ਪੂਰਾ ਹੈ, तो ग्राम सभा का कोरम पूरा है। मीटिंग शुरू की जाती है। मीटिंग विच हाजिर ग्राम सभा के मैंबरां नूं सभापति वालों दस्सिया गया कि जो केंद्र सरकार वालों जो खेतीबाड़ी नाल संबंधित 3 ऑर्डीनेंस जो कि हुण बिलों का रूप अख्तियार कर चुके हैं, उन्हां बिलों का विरोध किया जाए ਅਤੇ ਸਰਵਸੰਮਤੀ ਨਾਲ ਗ੍ਰਾਮ ਸਭਾ ਵਿੱਚ ਪੇਸ਼ ਕੀਤੇ ਮਤੇ ਨੂੰ ਪਾਸ ਕੀਤਾ ਜਾਵੇ। ਸਭਾਪਤੀ ਵੱਲੋਂ ਇਹਨਾਂ ਬਿੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਜਾਵੇ। ਇਹ ਤਿੰਨੇ ਬਿੱਲ ਖੇਤੀਬਾੜੀ ਧੰਦੇ ਨੂੰ ਖਤਮ ਕਰਨ ਵਾਲੇ ਹਨ। ਇਹ ਬਿੱਲ 3 ਤਰ੍ਹਾਂ ਦੇ ਹਨ, ਜਿਵੇਂ ਕਿ ਖੇਤੀ ਉਪਜ ਵਪਾਰ ਅਤੇ ਵਣਜ ਪ੍ਰੋਤਸਾਹਨ ਅਤੇ ਸਹਾਇਕ ਆਰਡੀਨੈਂਸ 2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਬਾਰੇ ਕਿਸਾਨੀ ਠੇਕਾ ਸ਼ਕਤੀਕਰਨ ਅਤੇ ਸੁਰੱਖਿਆ ਆਰਡੀਨੈਂਸ 2020 ਅਤੇ ਜ਼ਰੂਰੀ ਵਸਤਾਂ ਆਰਡੀਨੈਂਸ 2020, ਕਿਉਂਕਿ ਇਹਨਾਂ ਕਾਨੂੰਨਾਂ ਨਾਲ ਸਰਕਾਰੀ ਮੰਡੀਕਰਨ ਖਤਮ ਹੋ ਜਾਵੇਗਾ ਅਤੇ ਵਪਾਰੀ ਜਿਹੜੇ ਕਿ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਸੰਬੰਧ ਰੱਖਦੇ ਹਨ ਉਹ ਆਪਣੀ ਮਨਮਰਜ਼ੀ ਨਾਲ ਕਿਸਾਨਾਂ ਦੀ ਫਸਲਾਂ ਦੀ ਖਰੀਦ ਕਰਿਆ ਕਰਨਗੇ। ਜਦੋਂ ਸਰਕਾਰੀ ਖਰੀਦ ਹੀ ਬੰਦ ਹੋ ਜਾਵੇਗੀ ਤਾਂ ਮੰਡੀ ਬੋਰਡਾਂ ਤੋਂ ਸਰਕਾਰ ਨੂੰ ਟੈਕਸ ਦੇ ਤੌਰ ਤੇ ਜੋ ਆਮਦਨ ਹੁੰਦੀ ਹੈ ਉਹ ਬੰਦ ਹੋ ਜਾਵੇਗੀ। ਤਾਂ ਮੰਡੀ ਬੋਰਡ ਸਰਕਾਰਾਂ ਨੂੰ ਟੈਕਸ ਦੇ ਤੌਰ ਤੇ ਜੋ ਆਮਦਨ ਹੁੰਦੀ ਹੈ ਉਹ ਬੰਦ ਹੋ ਜਾਵੇਗੀ, ਜਿਸ ਨਾਲ ਪੇਂਡੂ ਖੇਤਰਾਂ ਦਾ ਵਿਕਾਸ ਹੁੰਦਾ ਹੈ। ਇਹਨਾਂ ਟੈਕਸਾਂ ਨਾਲ ਹੀ ਪੰਚਾਇਤਾਂ ਨੂੰ ਗ੍ਰਾਂਟਾਂ ਮਿਲਦੀਆਂ ਹਨ। ਜਿਹੜੇ ਮਜ਼ਦੂਰ ਮੰਡੀਆਂ ਵਿੱਚ ਕੰਮ ਕਰਦੇ ਹਨ ਉਹ ਵਿਹਲੇ ਹੋ ਜਾਣਗੇ, ਜਿਸ ਨਾਲ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ ਅਤੇ ਕਿਸਾਨ ਮਜ਼ਦੂਰ ਆਰਥਿਕ ਤੌਰ ਤੇ ਟੁੱਟ ਜਾਵੇਗਾ। ਜੇਕਰ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਤਾਂ ਦੇਸ਼ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ, ਜਿਸ ਦਾ ਨੁਕਸਾਨ ਵੀ ਆਮ ਜਨਤਾ ਦਾ ਹੀ ਹੋਵੇਗਾ। ਤਾਂ ਸੰਗਰੂਰ ਦੇ ਵਿੱਚ ਜਦੋਂ ਭਗਵੰਤ ਮਾਨ ਪਿੰਡ ਘਰਾਚੋ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਲੋਕਾਂ ਦੇ ਰੂਬਰੂ ਹੋਏ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦਾ ਆਗਾਜ਼ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ। ਉੱਥੇ ਸਾਡੇ ਪੱਤਰਕਾਰ ਰਾਜੇਸ਼ ਕੋਹਲੀ ਦੇ ਵੱਲੋਂ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਗਈ। ਕੀ ਗੱਲਬਾਤ ਹੋਈ ਆ ਤੁਹਾਨੂੰ ਸੁਣਾਉਂਦੇ ਹਾਂ। ਪਿੰਡ ਵਾਸੀਆਂ ਨੂੰ ਮਿਲ ਰਹੇ ਨੇ ਉਹਨਾਂ ਦਾ। ਮਾਨ ਸਾਹਿਬ, ਅੱਜ ਸੰਗਰੂਰ ਤੋਂ ਸ਼ੁਰੂਆਤ ਹੋਈ ਹੈ, ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਮਤੇ ਜਿਹੜੇ ਪੈਣੇ ਰੱਦ ਹੋਏ ਨੇ। ਦੇਖੋ, ਘਰਾਚੋਂ ਪਿੰਡ ਜਿਹੜਾ ਇਹ ਇਨਕਲਾਬੀ ਲੋਕਾਂ ਦਾ ਪਿੰਡ ਹੈ। ਜਦੋਂ ਵੀ ਕਿਤੇ ਕੋਈ ਇਨਕਲਾਬੀ ਫੈਸਲਾ ਲੈਣਾ ਹੋਵੇ ਤਾਂ ਘਰਾਚੋਂ ਜਿਹੜਾ ਉਹ ਮੂੰਹ ਹੀ ਹੁੰਦਾ। ਸੋ ਅੱਜ ਵੀ ਘਰਾਚੋਂ ਪਿੰਡ ਨੇ ਇਹ ਦਰਸਾਤਾ ਕਿ ਇੱਥੋਂ ਦਾ ਜਿਹੜਾ ਪਾਣੀ ਹੈ ਉਹ ਲੋਕ ਪੱਖੀ ਹੈ। ਇੱਥੋਂ ਦਾ ਜਿਹੜੀ ਧਰਤੀ ਹੈ ਉਹ ਆਪਦੇ ਹੱਕਾਂ ਲਈ ਲੜਨਾ ਜਾਣਦੀ ਹੈ। ਤਾਂ ਉਹਨਾਂ ਨੇ ਗ੍ਰਾਮ ਸਭਾ ਦੇ ਵਿੱਚ
ਇਹਨਾਂ ਤਿੰਨੇ ਬਿੱਲਾਂ ਦਾ ਸਰਬਸੰਮਤੀ ਨਾਲ ਵਿਰੋਧ ਕਰਕੇ ਆਪਣੇ ਪਿੰਡ ਸੰਬੰਧੀ ਫੈਸਲਾ ਲਿਆ, ਜਿਹਨੂੰ ਸੁਪਰੀਮ ਕੋਰਟ ਤੱਕ ਕੋਈ ਚੈਲੰਜ ਨਹੀਂ ਕਰ ਸਕਦਾ। ਤੇ ਇਹ ਬਹੁਤ ਵੱਡਾ ਦਸਤਾਵੇਜ਼ ਬਣੂਗਾ ਜਦੋਂ ਇਹਨਾਂ ਬਿੱਲਾਂ ਨੂੰ ਰੋਕਣ ਲਈ ਸਰਕਾਰਾਂ ਜਾਂ ਕੋਈ ਕਿਸਾਨ ਜਥੇਬੰਦੀ ਸੁਪਰੀਮ ਕੋਰਟ 'ਚ ਆਊਗੀ। ਮਾਨ ਸਾਹਿਬ ਤੁਹਾਡੇ ਵੱਲੋਂ ਪਿੰਡ ਜਿਹੜੇ ਸਰਪੰਚ ਨੂੰ ਜਾਗਰੂਕ ਕੀਤਾ ਗਿਆ ਸੀ, ਇਸ ਐਕਟ ਬਾਰੇ ਦੱਸਿਆ ਗਿਆ ਸੀ, ਤੇ ਹੁਣ ਸੰਗਰੂਰ ਤੋਂ ਸ਼ੁਰੂਆਤ ਹੋਈ, ਕੀ ਸਮਝਦੇ ਹੋ ਕਿ ਇਸ ਤੋਂ ਬਾਅਦ ਜਿਹੜੇ ਪੰਜਾਬ ਦੇ ਬਾਕੀ ਪਿੰਡ ਨੇ ਉਹਨਾਂ ਦੇ ਪੰਚਾਇਤਾਂ ਨੂੰ ਅੱਜ ਛਾਹੜ ਪਿੰਡ ਨੇ ਵੀ ਮਤਾ ਪਾਤਾ, ਅੱਜ ਜੈਮਲ ਸਿੰਘ ਵਾਲਾ ਪਿੰਡ ਨੇ ਵੀ ਮਤਾ ਪਾਤਾ ਬਰਨਾਲੇ 'ਚ, ਅੱਜ 10-15 ਜ਼ਿਲ੍ਹੇ ਜਿਹੜੇ ਪੰਚਾਇਤਾਂ ਨੇ ਸੰਗਰੂਰ ਤੇ ਬਰਨਾਲੇ ਦੇ ਉਹਨਾਂ ਨੇ ਮਤੇ ਪਾਤੇ। ਥੋੜਾ ਜਿਹਾ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਕੀ ਹੁੰਦਾ ਕਿਵੇਂ ਹੁੰਦਾ, ਪਤਾ ਨਹੀਂ ਉਹਨਾਂ ਨੂੰ ਐ ਲੱਗਦਾ ਸੀ ਗ੍ਰਾਮ ਸਭਾ ਬਣਾਉਣੀ ਪੈਂਦੀ ਹੈ, ਪਰ ਅਸੀਂ ਸਾਰਾ ਕੁਝ ਦੱਸਿਆ। ਤਾਂ ਅੱਜ ਦੇ ਇਸ ਤੁਹਾਡਾ ਜਦੋਂ ਤੁਸੀਂ ਟੈਲੀਕਾਸਟ ਕਰੋਗੇ ਇਹ ਤੋਂ ਬਾਅਦ ਹੁਣ ਸਾਰੇ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਬਣੂਗੀ, ਔਰ ਮੈਨੂੰ ਉਮੀਦ ਹੈ ਕਿ ਅਸੀਂ ਜਿਸ ਹੱਦ ਤੱਕ ਵੀ ਜਾਣਾ ਪਿਆ ਇਹਨਾਂ ਬਿੱਲਾਂ ਨੂੰ ਰੋਕਣ ਵਾਸਤੇ ਤੇ ਲੋਕਾਂ ਦੀ ਜ਼ਮੀਨ ਤੇ ਲੋਕਾਂ ਦੇ ਧੰਦੇ ਬਚਾਉਣ ਵਾਸਤੇ ਅਸੀਂ ਜਾਵਾਂਗੇ। ਪਿੰਡ ਵਾਸੀਆਂ ਦਾ ਕਿੰਨਾ ਕੁ ਇਕੱਠ ਦੇਖਣ ਨੂੰ ਮਿਲਿਆ? ਦੇਖੋ ਸਾਰੇ ਪਿੰਡ ਵਾਸੀ ਨੇ, ਔਰ ਪੁੱਛਿਆ ਗਿਆ ਜਦੋਂ ਕਿ ਜਿਹੜੇ ਹੱਕ 'ਚ ਨੇ ਵੀ ਹਾਂ ਇਹ ਬਿੱਲ ਰੱਦ ਹੋਣੇ ਚਾਹੀਦੇ ਨੇ, ਹੱਥ ਖੜੇ ਕਰੋ, ਤਾਂ ਸਾਰਿਆਂ ਨੇ ਹੱਥ ਖੜੇ ਕਰਤੇ। ਜਿਨ੍ਹਾਂ ਨੇ ਕਿਹਾ, ਜੇ ਇਹ ਪੁੱਛਿਆ ਗਿਆ ਕਿ ਜਿਹੜੇ ਇਸ ਗੱਲ 'ਚ ਦੇ ਹੱਕ 'ਚ ਨੇ ਹਾਂ ਬਿੱਲ ਲਾਗੂ ਹੋਣੇ ਚਾਹੀਦੇ ਨੇ, ਕਿਸੇ ਨੇ ਵੀ ਨਹੀਂ ਹੱਥ ਖੜਾ ਕੀਤਾ। 100% ਲੋਕਾਂ ਨੇ ਸਰਬਸੰਮਤੀ ਦਿੱਤੀ ਹੈ। ਸਾਡੇ ਨਾਲ ਪਿੰਡ ਘਰਾਚੋ ਦੇ ਸਰਪੰਚ ਨਾਲ ਗੱਲ ਕਰ। ਸਰਪੰਚ ਸਾਹਿਬ, ਤੁਹਾਡੇ ਪਿੰਡ ਤੋਂ ਸ਼ੁਰੂਆਤ ਹੋਈ ਹੈ, ਮਤੇ ਪਾਏ ਗਏ ਆ ਖਿਲਾਫ, ਕੀ ਕਹਿਣਾ? ਇਹ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਲੋਕ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਸਾਰੇ ਮਤਲਬ ਕਿ ਇਸ ਦੇ ਵਿਰੋਧ ਦੇ ਵਿੱਚ 100% ਨੇ ਇਸ ਦੇ ਵਿਰੋਧ ਦੇ ਵਿੱਚ ਮਤਾ ਪਾਇਆਗਾ, ਤੇ ਸਰਕਾਰ ਨੂੰ ਦੱਸ ਦਿੱਤਾ ਵੀ ਇੱਥੇ ਧੱਕਾਸ਼ਾਹੀ ਨਹੀਂ ਚੱਲੂਗੀ, ਜੋ ਲੋਕ ਚਾਹਣਗੇ ਉਹ ਚੱਲੂਗਾ। ਕਿੰਨਾ ਕਿ ਇਕੱਠ ਲੋਕਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਕਿੰਨਾ ਕੁ ਉਤਸ਼ਾਹ ਸੀ ਇਸ ਗ੍ਰਾਮ ਸਭਾ ਨੂੰ ਲੈ ਕੇ? ਕਿਉਂਕਿ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਗ੍ਰਾਮ ਸਭਾ ਕੀ ਹੁੰਦੀ ਹੈ, ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਲੋਕਾਂ ਦਾ ਜਿਹੜਾ ਉਹਦੇ ਵਿੱਚ ਹੁੰਗਾਰਾ ਮਿਲਿਆ? ਦੇਖੋ ਜੀ, ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਸੀਗੇ, ਕਿਉਂਕਿ ਇਹ ਉਹਨਾਂ ਦੇ ਆਪਦੇ ਨਾਲ ਜੁੜਿਆ ਹੋਇਆ ਮਸਲਾ ਸੀਗਾ। ਉਹਨਾਂ ਨੇ ਆਪਦੇ ਪ੍ਰਤੀ ਆਪ ਡਿਸੀਜਨ ਲੈਣਾ ਸੀਗਾ, ਸੋ ਉਹਨਾਂ ਨੇ ਆਪ ਲਿਆ। ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ 2-3 ਵਾਰ ਗ੍ਰਾਮ ਸਭਾ ਹੋ ਚੁੱਕੀ ਹੈਗੀ, ਤੇ ਸਾਡੇ ਪਿੰਡ ਦੇ ਲੋਕ ਪਹਿਲਾਂ ਵੀ ਇਸ ਗ੍ਰਾਮ ਸਭਾ ਤੋਂ ਜਾਣੂ ਸੀਗੇ। ਕੀ ਆਰਡੀਨੈਂਸ ਤੋਂ ਇਲਾਵਾ ਵੀ ਪਿੰਡ ਦੇ ਕਿਸੇ ਹੋਰ ਮੁੱਦੇ ਨੂੰ ਲੈ ਕੇ ਗ੍ਰਾਮ ਸਭਾ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਜੀ? ਹਾਂਜੀ, ਪਿੰਡ ਦੇ ਵਿੱਚ ਇੱਕ ਕਾਲਜ ਨੂੰ ਲੈ ਕੇ ਸਰਕਾਰ 20 ਏਕੜ ਜ਼ਮੀਨ ਮੰਗ ਰਹੀ ਸੀਗੀ, ਤੇ ਉਸ ਦੇ ਸੰਬੰਧ ਦੇ ਵਿੱਚ ਮਤਾ ਪਾਇਆ ਗਿਆ। ਬਿਲਕੁਲ, ਇਹ ਸਨ ਸਾਡੇ ਨਾਲ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ, ਜਿਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਵੱਲੋਂ ਸ਼ੁਰੂਆਤ ਕੀਤੀ ਗਈ ਹੈ, ਇਸ ਬਿੱਲ ਦੇ ਖਿਲਾਫ ਜਿਹੜਾ ਮਤਾ ਪਾਇਆ ਗਿਆ, ਕਿਉਂਕਿ ਇਹਨਾਂ ਦਾ ਕਹਿਣਾ ਕਿ ਸਾਡੇ ਪਿੰਡ ਦੇ ਲੋਕ ਨੇ ਜੋ ਪੂਰੀ ਤਰ੍ਹਾਂ ਜਾਗਰੂਕ ਸੀ, ਸਾਡੇ ਵੱਲੋਂ ਵੀ ਲੋਕਾਂ ਨੂੰ ਦੱਸਿਆ ਗਿਆ। ਸਿਆਸੀ ਧਿਰਾਂ ਤੋਂ ਬਾਅਦ ਹੁਣ ਪੰਜਾਬੀ ਕਲਾਕਾਰ ਕੀ ਕਰ ਰਹੇ ਨੇ, ਪੰਜਾਬੀ ਕਲਾਕਾਰਾਂ ਦਾ ਪ੍ਰਦਰਸ਼ਨ ਕਿੱਥੇ ਪਹੁੰਚਿਆ, ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਬਟਾਲਾ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਪੰਜਾਬੀ ਕਲਾਕਾਰਾਂ ਦੇ ਵੱਲੋਂ ਕੀਤਾ ਗਿਆ ਸੀ, ਤੇ ਅੱਜ ਗੋਨੇਆਣਾ ਮੰਡੀ ਦੇ ਵਿੱਚ ਪੰਜਾਬ ਦੇ 4 ਕਲਾਕਾਰ ਨੇ ਜਿਹੜੇ ਉਹ ਉੱਥੇ ਸ਼ਾਮਿਲ ਹੋਏ, ਧਰਨਾ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਇਹਨਾਂ ਕਲਾਕਾਰਾਂ ਦੇ ਵੱਲੋਂ ਇੱਕ ਵਧੀਆ ਤਰੀਕੇ ਨਾਲ ਕਹਿ ਸਕਦਾ ਕਿ ਚਲਾਈ ਜਾ ਰਹੀ ਹੈ, ਕਿਉਂਕਿ ਨੌਜਵਾਨੀ ਜਿਹੜੀ ਕਿਸੇ ਸਮੇਂ ਇਹਨਾਂ ਸੰਘਰਸ਼ ਦਾ ਹਿੱਸਾ ਨਹੀਂ ਸੀ। ਜਦੋਂ ਕਲਾਕਾਰ ਪੂਰੇ ਮੈਦਾਨ ਦੇ ਵਿੱਚ ਉਤਰੇ, ਉਸ ਤੋਂ ਬਾਅਦ ਨੌਜਵਾਨਾਂ ਦਾ ਇੱਕ ਵੱਡਾ ਹਜੂਮ ਇਹਨਾਂ ਇਕੱਠਾਂ ਦੇ ਵਿੱਚ ਆਉਣ ਲੱਗਿਆ, ਤੇ ਖੇਤੀ ਬਿੱਲਾਂ ਦੇ ਖਿਲਾਫ ਕੀ ਮਾਨਸਿਕਤਾ ਹੈ, ਕਿਸ ਤਰ੍ਹਾਂ ਜਿਹੜੇ ਖੇਤੀ ਬਿੱਲ ਨੇ ਉਹ ਕਿਸਾਨੀ ਨੂੰ ਅੱਗੇ ਜਾ ਕੇ ਇਹਨਾਂ ਦੇ ਕਿਸਾਨੀ ਲਈ ਹਾਨੀਕਾਰਕ ਸਾਬਤ ਹੋ ਸਕਦੇ ਨੇ, ਉਹ ਸਮਝਣ ਦੀ ਕੋਸ਼ਿਸ਼ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਇਸ ਤੋਂ ਇਲਾਵਾ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਦੇ ਅੱਗੇ ਸਵਾਲ ਰੱਖੇ ਜਾਣੇ ਨੇ, ਕਿਉਂਕਿ ਜਿਸ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਚੱਲ ਰਹੀਆਂ ਨੇ ਜਿੱਥੇ ਨੌਜਵਾਨ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਨੇ ਕਿ ਆਖਿਰ ਖੇਤੀ ਬਿੱਲਾਂ ਦਾ ਜਿਹੜਾ ਪਾਸ ਕੀਤਾ ਗਿਆ ਉਹਨਾਂ ਦਾ ਨੁਕਸਾਨ ਕਿਸਾਨੀ ਨੂੰ ਕੀ ਹੋਵੇਗਾ। ਤਾਂ ਇਸ ਦੇ ਵਿੱਚ ਪੰਜਾਬੀ ਕਲਾਕਾਰਾਂ ਦਾ ਯੋਗਦਾਨ ਹੈ ਜਿਹੜਾ ਉਹ ਵੀ ਇੱਕ ਅਹਿਮ ਮੰਨਿਆ ਜਾ ਰਿਹਾ ਕਿ ਜਦੋਂ ਕਲਾਕਾਰ ਸੜਕਾਂ ਤੇ ਉਤਰੇ, ਕਲਾਕਾਰਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ, ਤਾਂ ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨ ਵਰਗ ਨੇ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਵੀ ਸ਼ੁਰੂ ਕੀਤੀ। ਅਸੀਂ ਉਹਨਾਂ ਨੂੰ ਬੇਨਤੀਆਂ ਕਰ ਰਹੇ ਹਾਂ ਤੇ ਲਗਾਤਾਰ ਬੇਨਤੀਆਂ ਕਰੀ ਜਾ ਰਹੇ ਹਾਂ। ਤੁਹਾਡੀਆਂ ਬੇਨਤੀਆਂ ਦਾ ਇੰਨਾ ਉੱਥੇ ਤੱਕ ਅਸਰ ਹੋ ਗਿਆ ਕਿ ਉਹ ਸਰਕਾਰ ਇੰਨੇ ਪ੍ਰੈਸ਼ਰ 'ਚ ਆ ਗਈ, ਉਹ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋ ਗਈ ਵੀ ਦੱਸੋ ਕਰਨਾ ਕੀ ਹੈ, ਜਿਹਨੂੰ ਪ੍ਰੋਪਰਲੀ ਇਗਨੋਰ ਕੀਤਾ ਗਿਆ ਸੀ। ਲਾਈਵ ਜਾ ਰਿਹਾ ਕੀ ਰਣਨੀਤੀ ਕੀ ਹੈ ਉਹਨਾਂ ਦੀ? ਰਣਨੀਤੀ ਇਹ ਆ ਵੀ ਇੱਥੇ ਵੈਲੀ ਹੋਵੇ ਤੇ ਟਰੈਕਟਰ ਨੂੰ ਅੱਗ ਲਾ ਕੇ ਫੂਕ ਦਿਓ, ਨਾਲ ਕੋਈ ਇੱਥੇ ਪੁਰਾਣਾ ਮਾਲ ਪਿਆ ਹੋਊਗਾ ਸਰਕਾਰ ਦਾ, ਸਰਕਾਰੀ ਪ੍ਰਾਪਰਟੀ ਡੈਮੇਜ ਹੋਵੇ, ਤੇ ਉਹ ਚਾਹੁੰਦੇ ਆ ਵੀ ਇਹ ਹੁਨਰਬਾਜ਼ੀ ਹੋਵੇ। ਸੋ ਆਪਾਂ ਇਹ ਸੰਕੇਤ ਦੇਣਾ ਪੰਜਾਬੀਆਂ ਨੇ, ਮੂੰਹ ਤੋੜ ਕੇ ਜਵਾਬ ਦਿੱਤੇ ਆ ਦੁਨੀਆ ਨੂੰ, ਜਦੋਂ ਵੀ ਦਿੱਤੇ ਆ, ਚਾਹੇ ਸਾਡੇ ਤੇ ਲੱਖ ਦੀਆਂ ਨਾ ਉਹਨਾਂ ਨੇ ਲਾਤੀਆਂ, ਜੋ ਮਰਜ਼ੀ ਲਾਤੀਆਂ, ਇਹ ਦਿਮਾਗੀ ਲੜਾਈ ਹੈ। ਦੋਸਤ ਤਾਂ ਥੋੜੇ ਚਾਹੀਦਾ ਜਿਹੜਾ ਤੁਸੀਂ ਸਾਫ਼ ਕਰਤਾ। ਸੋ ਜਿੰਨੇ ਬੁਲਾਰੇ ਜਿਹੜੇ ਕਿੰਨੇ ਦਿਨਾਂ ਤੋਂ ਨਾਨ ਸਟਾਪ ਹੱਕ 'ਚ ਬੋਲ ਰਿਹਾ, ਕਾਹਦੇ ਲਈ? ਨੌਜਵਾਨ ਜਗਾਉਣਾ ਆਪਾਂ ਕਿਹਨੂੰ ਹੈ? ਨੌਜਵਾਨਾਂ। ਇਹ ਜਿਹੜੀ GDP ਹੈ, ਗ੍ਰੋਥ ਰੇਟ ਹੈ, ਮਾਈਨਸ ਤੇ ਚਲੀ ਗਈ ਸੀ, -7-8 ਤੋਂ ਚੱਲੀ ਹੈ। ਇਹ ਸਾਰਾ ਪ੍ਰੋਪੇਗੈਂਡਾ ਹੈ। ਤੁਸੀਂ ਐਂ ਕਰਿਓ ਨਾ, ਹੁਣ ਜਦੋਂ ਪੰਜਾਬ 'ਚ ਦੁਬਾਰਾ ਬੰਦ ਹੋਇਆ ਜਾਂ ਦੁਬਾਰਾ ਮੋਰਚਾ ਹੋਇਆ, ਮੇਰੇ ਕਹਿਣ ਤੇ ਤੁਸੀਂ ਇੱਕ ਕੰਮ ਕਰਨਾ, ਤੁਸੀਂ ਵੱਡੇ ਜਿਹੜੇ ਨੈਸ਼ਨਲ ਮੀਡੀਆ ਚੈਨਲ ਆ ਉਹ ਖੋਲ ਕੇ ਬਹਿਣਾ
ਤੁਸੀਂ ਸਿਰਫ ਇਹ ਦੇਖਣਾ ਵੀ ਪੰਜਾਬ ਦੇ ਬਾਰਡਰਾਂ ਤੇ ਲੱਗੇ ਮੋਰਚਿਆਂ ਨੂੰ ਕੋਈ ਮੀਡੀਆ ਕਵਰ ਕਰ ਰਿਹਾ ਕਿ ਨਹੀਂ ਕਰ ਰਿਹਾ। ਉੱਥੇ ਤਾਂ ਐਂ ਵੀ ਦੱਸਿਆ ਜਾਂਦਾ ਫਲਾਣੇ ਦੀ ਖੁੱਡ 'ਚ ਸੱਪ ਨਿਕਲਿਆ, ਫਲਾਣੇ ਦੀ 'ਚ ਵੜ ਗਿਆ। ਬਚਾਲਣ ਦੇ ਬੰਦੇ ਨੇ ਦੇਖਿਆ ਵੀ ਸੱਪ ਇੱਥੇ ਹੀ ਸੀ। ਜੇ ਇਹੋ ਜਿਹਾ ਕੁਝ ਵੀ ਕਵਰ ਕਰ ਲੈਂਦੇ ਹੋ ਯਾਰ, ਛਿੱਕ ਮਾਰੀ ਵੀ ਕਵਰ ਕਰਦੇ ਹੋ ਯਾਰ। ਬਾਲੀਵੁੱਡ ਦੀ ਹਸਤੀ ਕੋਈ ਛਿੱਕ ਮਾਰ ਦੇ, ਉਹਦੇ ਮੈਂ ਕੱਲ ਦੇਖਿਆ ਇੱਕ ਕੋਈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਰੋਜ਼ਪੁਰ, ਜਿੱਥੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਚੱਲ ਰਿਹਾ। ਲਗਾਤਾਰ 24 ਸਤੰਬਰ ਤੋਂ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਚੱਲ ਰਿਹਾ। ਰੇਲ ਮਾਰਗ ਕਿਸਾਨਾਂ ਦੇ ਵੱਲੋਂ ਠੱਪ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਭਾਸ਼ਣਾਂ ਦੇ ਰਾਹੀਂ, ਲੈਕਚਰਸ ਦੇ ਰਾਹੀਂ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ। ਪਰ ਫਿਰੋਜ਼ਪੁਰ ਦੇ ਵਿੱਚ ਇੱਕ ਲਾਇਰ ਦੇ ਵੱਲੋਂ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ, ਕਿਵੇਂ ਦੱਸਿਆ ਜਾ ਰਿਹਾ ਕਿ ਖੇਤੀ ਕਾਨੂੰਨ ਨੇ ਜਿਹੜੇ ਉਹ ਕਿਸਾਨੀ ਦੇ ਵਿਰੁੱਧ ਨੇ, ਜਾਂ ਕੀ ਨੁਕਸਾਨ ਖੇਤੀ ਕਾਨੂੰਨਾਂ ਦਾ ਪੰਜਾਬ ਦੀ ਕਿਸਾਨੀ ਨੂੰ ਹੋਵੇਗਾ। ਸੁਣੋ ਇਹ ਬਾਈਟ। ਬੜੇ ਮਤਲਬ ਫੁੱਲ ਵਿਦ ਦਾ ਡਿਸਕ੍ਰਿਪੈਂਸੀਜ਼ ਹੈਗੇ ਆ, ਇੰਨੇ ਇਹਦੇ ਚ ਲੂਪ ਹੋਲਸ ਆ ਔਰ ਇੰਨੇ ਮਾੜੇ ਆ ਕਿ ਇਹਦੇ 'ਚ ਸਿਰਫ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਵੀ ਇਹ ਵਾਰ-ਵਾਰ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਕਿ ਅਸੀਂ ਜੀ ਤੁਹਾਨੂੰ 3 ਦਿਨ 'ਚ ਪੇਮੈਂਟ ਦੇ ਦਿਆਂਗੇ। ਦਾ ਕੁਐਸਚਨ ਇਜ਼ ਨੈਕਸਟ ਟੂ ਦਿਸ ਕਨਸੈਪਟ ਕਿ ਅਗਰ 3 ਦਿਨ 'ਚ ਪੇਮੈਂਟ ਨਹੀਂ ਹੁੰਦੀ ਤਾਂ ਫਿਰ ਸਾਡੇ ਕੋਲੇ ਕਿਹੜਾ ਪਲੇਟਫਾਰਮ ਜਿੱਥੇ ਜਾ ਕੇ ਅਸੀਂ ਆਪਦਾ ਜਿਹੜਾ ਗ੍ਰੀਵੈਂਸ ਰੱਖਣਾ ਤੇ ਉਹ ਰਿਡਰੈਸ ਕੌਣ ਕਰੂਗਾ। ਸੈਕੰਡਲੀ ਇਹ ਕੀ ਪ੍ਰਚਾਰ ਕਰ ਰਿਹਾ ਕਿ ਜੇਕਰ ਕੋਈ ਪਰਮਾਨੈਂਟ ਸਟਰਕਚਰ ਜਿਹੜਾ ਖੜਾ ਕਰ ਦਿੱਤਾ ਜਾਊਗਾ ਉਹ ਜਾਂ ਤਾਂ ਉਹ ਕਾਰਪੋਰੇਟ ਪੱਟ ਕੇ ਲੈ ਜਾਊਗਾ, ਨਹੀਂ ਤੇ ਉਹਦੀ ਓਨਰਸ਼ਿਪ ਤੁਹਾਨੂੰ ਟਰਾਂਸਫਰ ਕਰ ਦਿੱਤੀ ਜਾਊਗੀ। ਹੁਣ ਅਗਰ ਮੇਰੀ ਜ਼ਮੀਨ ਹੈ, ਮੈਂ ਉਹਦੇ 'ਚ ਨਹੀਂ ਬਣਾਉਣਾ ਚਾਹੁੰਦਾ ਸਟਰਕਚਰ, ਔਰ ਕਾਰਪੋਰੇਟ ਨੇ ਜਦੋਂ ਉਹਨੂੰ ਠੇਕੇ ਤੇ ਲੀਜ਼ ਤੇ 5 ਸਾਲ ਵਾਸਤੇ ਲਿਆ ਤਾਂ ਉਹਦੇ 'ਚ ਉਹ ਮੇਰੀ ਵਿਲਿੰਗਨੈਸ ਦੇ ਅਗੇਂਸਟ ਜਾ ਕੇ ਜਦੋਂ ਬਣਾ ਦੇਣਗੇ ਤਾਂ ਜਿਹੜਾ ਕੋਈ 2 ਏਕੜ ਵਾਲਾ 5 ਏਕੜ ਵਾਲਾ ਜ਼ਿਮੀਂਦਾਰ ਆ ਉਹਦੇ ਕੋਲੇ ਤੇ ਇੰਨੇ ਰਿਸੋਰਸਿਸ ਹੀ ਨਹੀਂ ਹੋਣੇ ਕਿ ਉਹਨੂੰ ਅਪਰੂਟ ਕਰ ਸਕੇ। ਔਰ ਤੀਸਰਾ ਇਹਨਾਂ ਨੇ ਇੱਕ ਅੱਜ ਨਵਾਂ, ਇਹ ਬਿਲਕੁਲ ਲੇਟੈਸਟ ਨਿਊਜ਼ ਹੈ ਜਿਹੜੀ ਤੁਹਾਡੇ ਵਾਸਤੇ ਵੀ, ਪੰਜਾਬ ਦੀ ਇੱਕ ਯੂਨੀਵਰਸਿਟੀ ਆ ਜਿਹਦੇ ਲਾਅ ਸਟੂਡੈਂਟ ਨੂੰ ਇੱਕ ਪ੍ਰੋਜੈਕਟ ਦਿੱਤਾ ਗਿਆ ਕਿ ਯੂ ਹੈਵ ਟੂ ਪ੍ਰਿਪੇਅਰ ਅ ਪ੍ਰੋਜੈਕਟ ਰਿਪੋਰਟ ਐਂਡ ਡਿਸਕਸ ਦਾ ਬੈਨੀਫਿਟਸ ਆਫ ਦਿਸ ਵੈਰੀ ਐਕਟ, ਇਹਨਾਂ ਤਿੰਨਾਂ ਐਕਟਸ ਦੇ ਬੈਨੀਫਿਟ, ਔਰ ਉਹਦੇ ਨਾਲ ਉਹਨਾਂ ਤੋਂ ਵੋਕਲ ਮੰਗਿਆ ਗਿਆ ਵਾ ਕਿ ਤੁਸੀਂ 5 ਮਿੰਟ ਦੀ 6 ਮਿੰਟ ਦੀ ਇੱਕ ਆਡੀਓ ਬਣਾ ਕੇ ਦਿਓ। ਉਹ ਅੱਜ ਮੈਨੂੰ ਸਵੇਰੇ ਕਿਸੇ ਨੇ ਭੇਜੀ ਸੀ, ਔਰ ਉਹਦੇ ਵਿੱਚ ਮਿਸਲੀਡ ਕਿੱਦਾਂ ਕਰ ਰਹੇ ਆ। ਕਹਿੰਦੇ ਕਿ ਸਿਵਲ ਕੋਰਟ ਜਾਣ ਦਾ ਜਿਹੜਾ ਸਿਰਫ ਰਸਤਾ ਰੋਕਿਆ ਗਿਆ, ਹਾਈ ਕੋਰਟ ਦਾ ਰਸਤਾ ਖੁੱਲ੍ਹਾ ਹੈ। ਮੈਂ ਬੀਇੰਗ ਅ ਲਾਇਰ ਤੁਹਾਨੂੰ ਬੜੀ ਰਿਸਪੌਂਸਿਬਿਲਟੀ ਨਾਲ ਇਹ ਗੱਲ ਕਹਿ ਸਕਦਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ 5 ਤਰ੍ਹਾਂ ਦੀਆਂ ਰਿਟਾਂ ਨੇ, ਰਿਟ ਆਫ ਹੇਬਸ ਕਾਰਪਸ, ਮੈਂਡਮਸ, ਪ੍ਰੋਹਿਬਿਸ਼ਨ, ਸਰਚਰੀ ਔਰ ਕਿਉਬਰੰਟੋ। ਉਹਦੇ 'ਚ ਇੱਕ ਰਿਟ ਆ ਜਿਹੜੀ ਸਿਰਫ ਪ੍ਰਾਈਵੇਟ ਬੰਦੇ ਦੇ ਖਿਲਾਫ ਪੈ ਸਕਦੀ, ਉਹ ਹੈਗੀ ਹੇਬਸ ਕਾਰਪਸ। ਬਾਕੀ ਚਾਰੇ ਰਿਟਾਂ ਸਿਰਫ ਸਰਕਾਰ ਦੇ ਖਿਲਾਫ ਪੈਂਦੀਆਂ। ਤੇ ਜਦੋਂ ਕਾਰਪੋਰੇਟ ਪ੍ਰਾਈਵੇਟ ਹੋਣਗੇ ਤਾਂ ਉਹਦੇ ਵਿੱਚ ਉਹਦੇ ਖਿਲਾਫ ਅਸੀਂ ਰਿਟ ਜੁਰਿਸਡਿਕਸ਼ਨ ਨੂੰ ਕਿੱਦਾਂ ਐਂਟਰਟੇਨ ਕਰ ਸਕਦੇ ਹਾਂ, ਹਾਈ ਕੋਰਟ ਨੂੰ। ਸੋ ਹੱਲੇ ਤੱਕ ਜਿਹੜੀ ਬੀਜੇਪੀ ਆ ਉਹਦਾ ਸਾਰਾ ਜ਼ੋਰ, ਉਹਨਾਂ ਦਾ ਲੀਗਲ ਵਿੰਗ ਸਭ ਦਾ ਲੱਗਾ ਹੋਇਆ ਕਿ ਇਹ ਜਿਹੜੇ ਹੈਗੇ ਇਹਨਾਂ 'ਚ ਕੁਛ ਨਾ ਕੁਛ ਚੰਗਾ। ਨਥਿੰਗ ਇਜ਼ ਇਨ ਦਾ ਫੇਵਰ ਆਫ ਦਾ ਫਾਰਮਰ ਔਰ ਫॉर ਦਾ ਕਾਮਨ ਪੀਪਲ। ਬਿਲਕੁਲ ਬੋਗਸ ਔਰ ਇਲੌਜੀਕਲ ਇਹ ਐਕਟਸ ਹੈਗੇ। ਹੁਣ ਗੱਲ ਕਰਦੇ ਹਾਂ ਪੰਜਾਬ ਦੀਆਂ ਮੰਡੀਆਂ ਦੀ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਵੀ 1 ਹਫ਼ਤਾ ਪਹਿਲਾਂ ਤਕਰੀਬਨ ਝੋਨੇ ਦੀ ਖਰੀਦ ਦੀ ਗੱਲ ਕਹਿ ਦਿੱਤੀ ਗਈ ਸੀ ਕਿ ਮੰਡੀਆਂ ਦੇ ਵਿੱਚ ਜੇਕਰ ਝੋਨਾ ਆ ਗਿਆ ਤਾਂ ਸਰਕਾਰੀ ਖਰੀਦ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਦੇ ਨਾਲ ਪਹੁੰਚ ਵੀ ਰਹੇ ਨੇ। ਪਰ ਅੰਮ੍ਰਿਤਸਰ ਤੋਂ ਜੋ ਮੰਡੀਆਂ ਦੇ ਹਾਲਾਤ ਜਾਂ ਤਸਵੀਰਾਂ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਤਰਸਯੋਗ ਨੇ, ਕਿਉਂਕਿ ਜਿਹੜੇ ਕਿਸਾਨ ਉੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਨਾ ਤਾਂ MSP ਦੇ ਭਾਅ ਦੇ ਉੱਤੇ ਜਿਹੜੀ ਸਾਡੀ ਫਸਲ ਹੈ ਉਹ ਵਿਕ ਰਹੀ ਹੈ ਤੇ ਇਸ ਤੋਂ ਇਲਾਵਾ ਨਾ ਹੀ ਕੋਈ ਸਰਕਾਰੀ ਖਰੀਦ ਦੇ ਲਈ ਮੰਡੀਆਂ ਦੇ ਵਿੱਚ ਪਹੁੰਚ ਰਿਹਾ। ਕਿਸਾਨ ਸਵੇਰ ਤੋਂ ਸ਼ਾਮ ਤੱਕ ਮੰਡੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਰੁਲਦੇ ਨੇ ਗਰਮੀਆਂ ਦੇ ਵਿੱਚ। ਦੂਜੇ ਪਾਸੇ ਇੱਕ ਪਾਸੇ ਪ੍ਰਦਰਸ਼ਨ ਚੱਲ ਰਿਹਾ ਤੇ ਦੂਜੇ ਪਾਸੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਜਿਹੜਾ ਇਸ ਸਮੇਂ ਚਿੰਤਾ ਦੇ ਵਿੱਚ ਚੱਲ ਰਿਹਾ ਕਿ ਆਖਿਰ ਬਾਸਮਤੀ ਦੀ ਜਿਹੜੀ ਫਸਲ ਹੈ ਉਸ ਨੂੰ ਕਿਵੇਂ ਵੇਚਣਾ ਹੈ ਤੇ ਕਿੰਨੇ ਪੈਸੇ ਦੇ ਉੱਤੇ ਵੇਚਣਾ, ਕਿਉਂਕਿ MSP ਦਾ ਰੇਟ ਹੈ ਜਿਹੜਾ ਉਹ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ MSP ਦੇ ਉੱਤੇ ਬਾਸਮਤੀ ਵੇਚੀ ਜਾ ਸਕਦੀ ਹੈ। ਪਰ ਜ਼ਮੀਨੀ ਹਕੀਕਤ ਕੀ ਹੈ ਉਹ ਇਹਨਾਂ ਤਸਵੀਰਾਂ ਦੇ ਵਿੱਚੋਂ ਅਤੇ ਇਸ ਤੋਂ ਇਲਾਵਾ ਸੁਮਿਤ ਖੰਨਾ ਦੇ ਵੱਲੋਂ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਤੋਂ ਬਾਅਦ ਜਗ ਜ਼ਾਹਰ ਹੁੰਦਾ ਕਿ ਜ਼ਮੀਨੀ ਹਕੀਕਤ ਦੇ ਵਿੱਚ ਕਿਸਾਨਾਂ ਦੀ ਹਾਲਤ ਕੀ ਹੋ ਚੁੱਕੀ ਹੈ। ਖੇਤੀ ਸੁਧਾਰ ਬਿੱਲ ਨੂੰ ਲੈ ਕੇ ਜਿੱਥੇ ਕਿਸਾਨ ਰੇਲਵੇ ਟਰੈਕ ਤੇ ਬੈਠੇ ਨੇ, ਉੱਥੇ ਕਿਸਾਨ ਦੀ ਪੁੱਤਾਂ ਵਾਂਗ ਫਸਲ ਦੇ ਕੀ ਹਾਲਾਤ ਨੇ। ਅੱਜ ਅਸੀਂ ਮੰਡੀ ਦਾ ਜਾਇਜ਼ਾ ਲੈਣ ਵਾਸਤੇ ਅੰਮ੍ਰਿਤਸਰ ਦੇ ਭਗਤਾਂਵਾਲਾ ਮੰਡੀ 'ਚ ਪੁੱਜੇ ਹਾਂ, ਜਿੱਥੇ ਕਿ ਲੱਖਾਂ ਟਨ ਜਿਹੜੀ ਹੈ ਫਸਲ ਇੱਥੇ ਪੁੱਜੀ ਹੈ, ਲੇਕਿਨ ਫਸਲ ਦਾ ਕੋਈ ਮਾਂ-ਬਾਪ ਨਹੀਂ ਹੈ। ਤਾਂ ਅੰਨਦਾਤਾ ਕਿਸਾਨ ਪਿਛਲੇ 3 ਦਿਨਾਂ ਤੋਂ ਇੱਥੇ ਰੁਲ ਰਿਹਾ ਹੈ ਤੇ ਕੋਈ ਉਹਦਾ ਸਬਕ ਲੈਣ ਨੂੰ ਤਿਆਰ ਨਹੀਂ। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਮੰਡੀ ਦਾ ਸੂਰਤ ਹਾਲ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਵੱਡੀ ਮੰਡੀ ਅਗਰ ਅੰਮ੍ਰਿਤਸਰ ਦੀ ਕਹੀ ਜਾਵੇ ਤਾਂ ਉੱਥੇ ਹਾਲਾਤ ਕੀ ਨੇ। ਚਾਰੇ ਪਾਸੇ ਜਿਹੜੀ ਹੈ ਝੋਨਾ ਜਿਹੜਾ ਹੈ ਕਿਸਾਨ ਦਾ ਪੁੱਤਾਂ ਵਾਂਗ ਜਿਹੜੀ ਫਸਲ ਹੁੰਦੀ ਹੈ ਉਹਨੂੰ ਲਿਆ ਕੇ ਰੱਖ ਚੁੱਕਾ ਹੈ। ਸਰਕਾਰ ਵੱਲੋਂ ਇੱਕ ਐਲਾਨਿਆ ਜ਼ਰੂਰ ਗਿਆ ਸੀ ਕਿ ਇਹਦੀ ਖਰੀਦ ਕੀਤੀ ਜਾਏਗੀ, ਲੇਕਿਨ ਖਰੀਦ ਤੇ ਦੂਰ ਦੀ ਗੱਲ, ਕਿਸਾਨ ਦੀ ਫਸਲ ਨੂੰ ਸਮੇਟਣ ਵਾਲਾ ਵੀ ਕੋਈ ਨਹੀਂ ਹੈ। ਜਿਸ ਆੜਤੀ ਨੂੰ ਸਮਾਜ ਚੋਂ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਆੜਤੀ ਵੀ ਇੱਥੇ ਮੌਜੂਦ ਨੇ।
ਕਿਸਾਨ ਵਰਗ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਤੇ ਮੰਡੀਆਂ 'ਚ ਲੱਗੇ ਅੰਬਾਰ ਵੀ ਸਾਡੇ ਨਾਲ ਮੌਜੂਦ ਨੇ। ਅਸੀਂ ਪਹਿਲੇ ਕੁਝ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਂਗੇ, ਫਿਰ ਆੜਤੀਆ ਸਾਹਿਬਾਨ ਨਾਲ ਵੀ ਗੱਲਬਾਤ ਕਰਾਂਗੇ। ਜ਼ਿਮੀਂਦਾਰ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਕਿੰਨੇ ਦਿਨ ਤੋਂ ਇੱਥੇ ਆਏ ਹੋ ਤੇ ਕੀ ਹੈ ਜੀ ਮਾਮਲਾ? 3 ਦਿਨ ਹੋ ਗਏ ਜੀ ਵਾਹਿਗੁਰੂ ਇੱਥੇ ਆਇਆ ਨੂੰ ਸਾਨੂੰ, ਤੇ 15/9 ਫਸਲ ਲੈ ਕੇ ਆਏ ਆ। ਤੇ 15/9 ਦਾ ਪਹਿਲਾਂ ਅਸੀਂ ਝਾੜ ਬਹੁਤ ਜ਼ਿਆਦਾ ਘੱਟ ਨਿਕਲਿਆ। ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ 50-50 ਹਜ਼ਾਰ ਨੂੰ, ਉਹਦਾ ਝਾੜ ਬਹੁਤ ਜ਼ਿਆਦਾ ਘੱਟ ਨਿਕਲਿਆ। ਦੂਜਾ ਸਾਨੂੰ ਰੇਟ ਨਹੀਂ ਪੂਰਾ ਮਿਲ ਰਿਹਾ, ਰੇਟ ਦੀ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਆ ਰਹੀ ਆ। ਜਿਹੜੀ ਸਾਡੀ ਫਸਲ ਹੈ 15-16 ਹਜ਼ਾਰ ਦੀ ਪ੍ਰਤੀ ਕਿੱਲੇ ਦੀ ਨਿਕਲਣ ਡਈ, 14-15 ਹਜ਼ਾਰ ਰੁਪਈਆ ਖਰਚਾ ਸਾਡਾ ਦਵਾਈ ਦੇ ਤੇ ਆ ਗਿਆ। ਪਰ ਸਰਕਾਰ ਤੇ ਕਹਿ ਰਹੀ ਸੀ ਜਿਹੜੀ ਨਵੀਂ ਬਿੱਲ ਵੀ ਲੈ ਕੇ ਆ ਰਹੀ ਹੈ ਸਰਕਾਰ, ਪਰ ਕਿਸਾਨਾਂ ਦੇ ਹਾਲਾਤ ਤੇ ਅੱਗੇ ਬੜੇ ਮਾੜੇ ਨੇ। ਕਿਸਾਨ ਦਾ ਬਹੁਤ ਜ਼ਿਆਦਾ ਹਾਲਾਤ ਮਾੜਾ ਹੋ ਗਿਆ ਜੀ, ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਮਾੜਾ ਹੋ ਗਿਆ। ਜਿਹੜਾ ਇਹਨਾਂ ਬਿੱਲ ਕਾਨੂੰਨ ਪਾਸ ਕੀਤਾ, ਬਿਲਕੁਲ ਕਿਸਾਨ ਮਾਰੂ ਕਾਨੂੰਨ ਪਾਸ ਕੀਤਾ। ਪਰ ਹੁਣ ਜਿਹੜੀ ਹੈ ਤੁਹਾਡੀ ਇੱਥੇ ਫਸਲਾਂ ਦਾ ਕੀ ਹਾਲਾਤ ਹੈ? ਕਾਰਨ ਕਿ ਤੁਸੀਂ ਲੈ ਕੇ ਕਿਉਂ ਆਏ ਹੋ ਫਸਲ ਇੱਥੇ? ਫਸਲ ਤੇ ਵੇਚਣ ਵਾਸਤੇ ਆੜ੍ਹਤੀ ਸਾਹਿਬ ਨੂੰ ਆਏ ਅਸੀਂ ਪੈਸੇ ਲਏ ਆ, ਕਰਜ਼ੇ ਥੱਲੇ ਆਏ ਆ ਤੇ ਸਾਨੂੰ ਫਸਲਾਂ ਲਿਆਉਣੀਆਂ ਪੈਣੀਆਂ। ਤੇ ਪਰ ਅਗਲੇ ਬੰਨੇ ਸਾਨੂੰ ਕੋਈ ਮਿਲ ਨਹੀਂ ਰਿਹਾ, ਮੁੱਲ ਨਹੀਂ ਮਿਲ ਰਿਹਾ, ਕੋਈ ਗੱਲ ਨਹੀਂ ਬਾਤ ਨਹੀਂ। ਇੱਥੇ 1509 ਦੀ ਸਰਕਾਰੀ ਖਰੀਦ ਹੁੰਦੀ ਹੈ? ਹਾਂਜੀ ਹੁਣ ਨਹੀਂ ਜੀ, ਨਹੀਂ ਹੁੰਦੀ। ਪਰ ਕੋਈ ਮਾਲ ਚੁੱਕਣ ਨੂੰ ਤਿਆਰ ਨਹੀਂ ਹੈ? ਨਹੀਂ ਜੀ ਨਹੀਂ, ਕੋਈ ਚੁੱਕਣ ਨੂੰ ਤਿਆਰ ਨਹੀਂ। 3 ਦਿਨ ਹੋ ਗਏ ਜੀ ਇੱਥੇ, ਰਾਤ ਦਿਨ ਡਟੇ ਹੋਏ ਆ। ਕੁਝ ਹੋਰ ਜ਼ਿਮੀਂਦਾਰ ਸਾਹਿਬ, ਫਿਰ ਅਸੀਂ ਆੜਤੀਆ ਸਾਹਿਬ ਨਾਲ। ਜ਼ਿਮੀਂਦਾਰ ਸਾਹਿਬ ਕੀ ਹੈ ਜੀ ਹਾਲਾਤ? ਕਿੰਨੇ ਕਾਰਨ ਕੀ ਹੈ ਕਿ ਫਸਲ ਚੁੱਕੀ ਨਹੀਂ ਜਾ ਰਹੀ? ਇਹਨੂੰ ਕੌਣ ਚੁੱਕੂਗਾ? ਫਸਲ ਪਰਸੋਂ ਦੇ ਬੈਠੇ ਆ ਇੱਥੇ ਆ ਕੇ ਭੁੱਖੇ ਭਾਣੇ, ਨਾ ਕੋਈ ਰੇਟ ਮਿਲ ਰਿਹਾ, ਨਾ ਕੋਈ ਆਉਣ ਡਿਆ, ਨਾ ਕੋਈ ਮਾਈ ਬਾਪ ਆ। 20-25 ਹਜ਼ਾਰ ਰੁਪਏ ਖਰਚਾ ਲਾ ਕੇ 50-50 ਹਜ਼ਾਰ ਰੁਪਏ ਠੇਕੇ ਤੇ ਲੈ ਕੇ ਪੈਲੀਆਂ ਤੇ ਲੈ ਕੇ ਆਏ ਆ। ਕੌਡੀਆਂ ਦੇ ਭਾਅ ਸਾਡੀ ਏਜੰਸੀ ਜਾਣ ਡਈ ਆ, ਕੋਈ ਪੁੱਛਣ ਵਾਲਾ ਨਹੀਂ ਹੈਗਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸਾਨ ਜਿੱਥੇ ਇੱਕ ਪਾਸੇ ਰੋ ਰਹੇ ਨੇ ਕਿ ਬੁਰੇ ਹਾਲਾਤ ਨੇ ਮੰਡੀ ਦੇ। ਹੁਣ ਅਸੀਂ ਆੜਤੀ ਸਾਹਿਬਾਨ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਾਰਨ ਕੀ ਹੈ ਕਿ ਇੰਨੇ ਫਸਲਾਂ ਦੇ ਜਿਹੜੇ ਅੰਬਾਰ ਲੱਗੇ ਨੇ, ਉਹਦਾ ਕੀ ਕਾਰਨ ਹੈ। ਕਿ ਸਾਡੇ ਨਾਲ ਬੈਲ ਸਾਹਿਬ ਮੌਜੂਦ ਨੇ ਜੋ ਕਿ ਲੰਬੇ ਸਮੇਂ ਤੋਂ ਆੜਤ ਦਾ ਕੰਮ ਔਰ ਕਈ ਵਾਰ ਜਿਹੜੇ ਨੇ ਮੌਜੂਦਾ ਪ੍ਰਧਾਨ ਵੀ ਨੇ, ਸਾਬਕਾ ਪ੍ਰਧਾਨ ਨੇ। ਤੇ ਸਰ ਕੀ ਕਾਰਨ ਹੈ ਜੀ ਇੰਨੀ ਫਸਲ? ਪੰਜਾਬ ਤੋਂ ਬਾਅਦ ਹੁਣ ਰੁਕ ਕਰਦੇ ਹਾਂ ਦੇਸ਼ ਦੀ ਅੱਜ ਦੀ ਸਭ ਤੋਂ ਵੱਡੀ ਖਬਰ ਦਾ। ਅੱਜ 28 ਸਾਲਾਂ ਬਾਅਦ ਬਾਬਰੀ ਮਸਜਿਦ ਨੂੰ ਢਾਏ ਜਾਣ ਤੋਂ ਬਾਅਦ CBI ਦੀ ਵਿਸ਼ੇਸ਼ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ, ਜਿਸ ਦੇ ਵਿੱਚ 32 ਮੁਲਜ਼ਮ ਨੇ ਜਿਹੜੇ ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ, ਜਿਸ ਦੇ ਵਿੱਚ BJP ਦੇ ਕਈ ਵੱਡੇ ਲੀਡਰ, ਜਿਸ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਇਸ ਤੋਂ ਇਲਾਵਾ ਉਮਾ ਭਾਰਤੀ ਅਤੇ ਕਲਿਆਣ ਸਿੰਘ ਮੌਜੂਦ ਸਨ। ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਤਾਂ ਉਹਨਾਂ ਦੇ ਵੱਲੋਂ ਭੀੜ ਨੂੰ ਉਕਸਾਇਆ ਗਿਆ ਸੀ। ਤਾਂ ਅੱਜ CBI ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਕਿ ਕਿਸੇ ਵੀ ਮੁਲਜ਼ਮ ਦੇ ਉੱਤੇ ਇਸ ਤਰ੍ਹਾਂ ਦਾ ਦੋਸ਼ ਸਾਬਿਤ ਨਹੀਂ ਹੋ ਸਕਿਆ, ਜਿਸ ਕਰਕੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਪੂਰੇ ਕੁੱਲ ਮਾਮਲੇ ਦੇ ਵਿੱਚ 1992 ਦਾ ਇਹ ਮਾਮਲਾ ਹੈ, ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਤੇ ਉਸ ਮਾਮਲੇ ਦੇ ਵਿੱਚ ਤਕਰੀਬਨ 49 ਲੋਕਾਂ ਦੇ ਉੱਤੇ ਕੇਸ ਚੱਲਿਆ ਸੀ, ਜਿਨ੍ਹਾਂ ਦੇ ਵਿੱਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਸੀ। ਤੇ ਅੱਜ 28 ਸਾਲਾਂ ਬਾਅਦ ਇਸ ਮਾਮਲੇ ਦੇ ਉੱਤੇ CBI ਦੀ ਵਿਸ਼ੇਸ਼ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤੇ 32 ਦੇ 32 ਮੁਲਜ਼ਮ ਜਿਹੜੇ ਨੇ ਉਹ ਬਰੀ ਕਰ ਦਿੱਤੇ ਗਏ, ਸਿਰਫ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਸੀ। ਇਸ ਸਮੇਂ ਮੇਰੇ ਨਾਲ ਸੀਨੀਅਰ ਪੱਤਰਕਾਰ ਅਬਿਰਲ ਮੌਜੂਦ ਨੇ। ਅਬਿਰਲ, ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਆਖਿਰ 28 ਸਾਲਾਂ ਬਾਅਦ ਫੈਸਲਾ ਆਉਂਦਾ ਤੇ ਫੈਸਲਾ ਵੀ ਇੱਕ ਝਟਕੇ ਦੇ ਵਿੱਚ ਕਿ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਨਹੀਂ ਹੋਈ ਸੀ, ਸਿਰਫ ਕਿ ਸਬੂਤਾਂ ਦੀ ਘਾਟ ਸੀ, ਇਸ ਕਰਕੇ ਮੁਲਜ਼ਮ ਜਿਹੜੇ ਨੇ ਉਹ ਬਰੀ ਕਰ ਦਿੱਤੇ ਜਾਂਦੇ ਨੇ। ਤਾਂ ਆਖਿਰ 28 ਸਾਲ ਕਿਉਂ ਲੱਗ ਗਏ ਫਿਰ ਇਹ ਦੇਖਣ ਦੇ ਲਈ, ਇਹ ਜਾਂਚਣ ਦੇ ਲਈ? देखिए, जैसा कि सबको पता है कि 28 सालों तक ये पूरा मामला चलता रहा और ये राजनीति का एक केंद्र रहा। जब भी बीजेपी को सत्ता में आना था या फिर जो भी कोई चुनाव होता था, एक राम मंदिर एक बड़ा मुद्दा बन के वोट बैंक को पोलराइज करने के लिए, हिंदुओं को इकट्ठा करने के लिए इस मुद्दे को हमेशा उछाला जाता था। लेकिन जब नरेंद्र मोदी की सरकार बनी 2014 में, जब उनकी पहली सरकार बनी, तो उन्होंने बोला कि हम राम मंदिर के मुद्दे को समाप्त कर देंगे। अब फिर से 2024 में चुनाव है और 2022 में भी चुनाव है। दोनों में चुनाव और बीजेपी को यूपी और देश में बढ़त चाहिए। इस मुद्दे को देखते हुए उन्होंने राम मंदिर का जो मसला था, जो काफ़ी दशकों से, सैकड़ों सालों से चल रहा था, जो राम मंदिर का मुद्दा कि राम मंदिर यहाँ विराजमान है, ये 1849 से मुद्दा चल रहा था, जब मीरबाकी ने वहाँ मस्जिद बनवाई है, ऐसा जो कहा जाता है। उसके बाद फिर 1949 में वहाँ मूर्ति रखी गई। तब से ये मुद्दा देश के लिए गर्म मुद्दा ही रहा। लेकिन धीरे से उस मुद्दे को 9 नवंबर पर फैसला आता है
कि राम मंदिर के जो जगह है वहाँ राम मंदिर ही रहेगी, लेकिन जो मस्जिद के लिए जगह है वो वहाँ से 30 किलोमीटर दूर धन्नीपुर गांव में दे दी गई। लेकिन आज उसके बाद से कोई मुद्दा या बचा ही नहीं था, क्योंकि सीबीआई इस केस की पूरी जांच कर रही थी और सीबीआई को ये केस को कहीं ना कहीं ख़त्म करना था। तो सीबीआई ने सुप्रीम कोर्ट ने सीबीआई अदालत को, जो इस मुद्दे की पूरी जाँच कर रही थी, जो सुनवाई कर रही थी, उसने 30 सितंबर तक का एक समय दिया था कि आप इस मुद्दे को ख़त्म करें। उसके तो आज वो इसी मामले में आज सुनवाई हुई है और सीबीआई के जो विशेष जज थे सुरेश कुमार यादव, एसके यादव, उन्होंने सुनवाई करते हुए ये बोला कि ये घटना पूर्व सुनियोजित नहीं थी, मतलब ये पहले से प्लान घटना नहीं थी। लेकिन मैं अपने दर्शकों को ये भी बता दूं कि 6 दिसंबर 1992 को बाबरी मस्जिद को ढहाया गया था, जिसमें शिव सैनिक, कार सेवक और लाखों की संख्या में भीड़ वहाँ मौजूद थी। उससे पहले 5 तारीख को बाकायदे कुछ लोगों को वहाँ ट्रेनिंग दी जाती है कि कैसे रस्सा फेंक कर गुंबद पे चढ़ना है और कैसे उसको गिराया जाना है। उसके पहले भड़काऊ भाषण दिए जाते हैं। उसके पहले पूरे देश में लाल कृष्ण आडवाणी जो है रथ यात्रा निकालते हैं। रथ यात्रा जहाँ जाती है वहाँ खून खराबा होता है। उस रथ यात्रा को लालू यादव ने बिहार के समस्तीपुर में रोका। तो जज को ये सारी चीज़ें नहीं दिखी। उन्होंने सिर्फ ये बोला कि जो 351 गवाह पेश किए गए थे, उन्होंने कोई ऐसे साक्ष्य नहीं दिए कि इन आरोपियों पर ये आरोप तय किए जाएं कि उन्होंने ਇਹਦੇ ਵਿੱਚ ਜੁਡੀਸ਼ਰੀ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜੇ ਜੱਜ ਇਸ ਪੂਰੇ ਮਾਮਲੇ ਦੀ ਅੱਜ ਸੁਣਵਾਈ ਜਿਨ੍ਹਾਂ ਦੇ ਵੱਲੋਂ ਕੀਤੀ ਗਈ, ਐਸਕੇ ਯਾਦਵ, ਉਹਨਾਂ ਦਾ ਇਹ ਵੀ ਕਿਹਾ ਜਾ ਰਿਹਾ ਕਿ ਅੱਜ ਉਹਨਾਂ ਦਾ ਆਖਰੀ ਦਿਨ ਸੀ, ਅੱਜ ਤੋਂ ਬਾਅਦ ਉਹ ਰਿਟਾਇਰ ਹੋਣ ਜਾ ਰਹੇ ਨੇ, ਤਾਂ ਇਹ ਵੀ ਹੋ ਸਕਦਾ ਕਿ ਪੂਰਾ ਪ੍ਰੈਸ਼ਰ ਸੀ ਇਸ ਮਾਮਲੇ ਨੂੰ ਖਤਮ ਕਰਨ ਦਾ। देखिए, जिस तरीके से 9 नवंबर को राम मंदिर का फैसला आया था, उस दिन जो सुप्रीम कोर्ट के चीफ जस्टिस थे उनका आखिरी दिन था। उसी तरीके से जो सीबीआई के मुख्य जज थे एसके यादव, उनका कार्यकाल लगभग 1 साल पहले ही खत्म हो गया था। उनको 1 साल की एक्सटेंशन दी गई थी इस पूरे मामले की सुनवाई के लिए, क्योंकि इससे पहले पूरे इस मामले में जितने भी सुनवाई हुई है सीबीआई कोर्ट में, सारी की सारी सुनवाई एसके यादव ने ही की थी। तो इसलिए उनको 1 साल का एक्सटेंशन दिया गया और जैसे ही उन्होंने फैसला सुनाया उसके कुछ ही देर बाद उनके रिटायरमेंट अनाउंस कर दिया गया। तो ये पूरा घटनाक्रम कहीं ना कहीं एक सुनियोजित लगता है कि जिस तरीके से इस केस में बड़े नेताओं को आरोपी बनाया गया, उनको आरोप मुक्त किया गया। जज ने कहा कि 2300 पन्नों का उन्होंने फैसला लिखा है, लगभग 2300 पेजेस का उन्होंने जुडिशरी ने फैसला लिखा है और उस फैसले में ये लिखा है, पूरे फैसले में आरोप ये किया जा सकता है कि राजनीति तो पूरा प्रभावित फैसला, ये बिल्कुल कहा जा सकता है कि पूरा फैसला जो राजनीति से प्रेरित है, क्योंकि आने वाले समय में बिहार में भी चुनाव है और कुछ समय बाद दूसरे भी राज्यों में चुनाव हैं, बाई इलेक्शंस हैं हर जगह। तो ये साफ तौर पे कहा जा सकता है कहीं ना कहीं ये पूरे तरीके से राजनीति से प्रेरित है। जी, बहुत बहुत शुक्रिया विनर पूरी जानकारी ਦੇ ਲਈ। ਸੋ ਬਾਬਰੀ ਮਸਜਿਦ ਦੇ ਵਿੱਚ ਅੱਜ ਫੈਸਲਾ ਸੁਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਮੰਦਿਰ ਨੂੰ ਲੈ ਕੇ ਵੀ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਰਾਮ ਮੰਦਿਰ ਬਣਾਇਆ ਜਾਵੇਗਾ, ਉਸ ਨੂੰ ਲੈ ਕੇ ਉਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਤੇ ਵੱਡਾ ਪ੍ਰੋਗਰਾਮ ਜਿਹੜਾ ਸੀ ਉਹ ਵੀ ਅਯੋਧਿਆ ਦੇ ਵਿੱਚ ਕੀਤਾ ਗਿਆ ਸੀ। ਤੇ ਅੱਜ ਜਦੋਂ ਬਾਬਰੀ ਮਸਜਿਦ ਨੂੰ ਢਾਉਣ ਦਾ ਫੈਸਲਾ ਸੁਣਾਇਆ ਜਾਂਦਾ ਤਾਂ ਉਸ ਦੇ ਵਿੱਚ ਵੀ ਵੋਟ ਬੈਂਕ ਨੂੰ ਦੇਖਦਿਆਂ ਹੋਇਆ ਇੱਕਦਮ ਹੀ ਬੀਜੇਪੀ ਦੇ ਜਿੰਨੇ ਵੀ ਲੀਡਰ ਸਨ ਉਹਨਾਂ ਦੇ ਸਮੇਤ 32 ਜਿਹੜੇ ਮੁਲਜ਼ਮ ਕਰਾਰ ਦਿੱਤੇ ਗਏ ਸੀ ਉਹਨਾਂ ਨੂੰ ਬਾਇਜ਼ਤ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਜਾਂਦਾ। ਹਾਲਾਂਕਿ ਇਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ ਅਤੇ ਜੁਡੀਸ਼ਰੀ ਦੇ ਉੱਤੇ ਸਵਾਲ ਖੜੇ ਕਰ ਰਹੀਆਂ ਨੇ ਕਿ ਆਖਿਰ 28 ਸਾਲਾਂ ਬਾਅਦ ਇੱਕ ਫੈਸਲਾ ਸੁਣਾਇਆ ਜਾਂਦਾ ਤੇ ਉਸ ਦੇ ਵਿੱਚ ਵੀ ਜਿਹੜੇ ਮੁਲਜ਼ਮਾਂ ਦੇ ਵੱਲੋਂ ਜਾਂ ਜਿਨ੍ਹਾਂ ਦੇ ਵੱਲੋਂ ਭੀੜ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੂੰ ਕਿਸ ਤਰ੍ਹਾਂ 28 ਸਾਲਾਂ ਬਾਅਦ ਬਿਲਕੁਲ ਬਾਇਜ਼ਤ ਬਰੀ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਰੁਕ ਕਰਦੇ ਦੇਸ਼ ਦੀ ਇੱਕ ਹੋਰ ਵੱਡੀ ਖਬਰ ਦਾ। ਅੱਜ ਜਿੱਥੇ ਬਾਬਰੀ ਮਸਜਿਦ ਨੂੰ ਲੈ ਕੇ ਇੱਕ ਵੱਡਾ ਫੈਸਲਾ ਹੋਇਆ, ਉੱਥੇ ਹੀ ਬੀਤੀ ਰਾਤ ਤਕਰੀਬਨ 2:30 ਵਜੇ ਯੂਪੀ ਦੇ ਵਿੱਚ ਇੱਕ ਬੇहद ਦੁਖਦ ਘਟਨਾਕ੍ਰਮ ਵਾਪਰਦਾ ਹੈ, ਜਿੱਥੇ 19 ਸਾਲਾਂ ਦੀ ਇੱਕ ਪੀੜਤ ਲੜਕੀ ਦੇ ਨਾਲ ਯੂਪੀ ਦੇ ਵਿੱਚ ਗੈਂਗ ਰੇਪ ਹੁੰਦਾ ਹੈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਕਿਉਂਕਿ ਉਹ ਲੋਅਰ ਕਾਸਟ ਤੋਂ ਬਿਲੋਂਗ ਕਰਦੀ ਹੈ। ਲੋਅਰ ਕਾਸਟ ਦੀ ਉਹ ਲੜਕੀ ਹੈ, ਅਪਰ ਕਾਸਟ ਦੀ ਜਿਹੜੇ ਵਿਅਕਤੀ ਨੇ ਉਸ ਦੇ ਨਾਲ ਗੈਂਗ ਰੇਪ ਕਰਦੇ ਨੇ ਤਾਂ ਪੂਰਾ ਮਾਮਲਾ ਜਿਹੜਾ ਉਹ ਪੁਲਿਸ ਤੱਕ ਵੀ ਨਹੀਂ ਪਹੁੰਚਦਾ। ਤੇ ਜਦੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ, ਹਸਪਤਾਲ ਭਰਤੀ ਕਰਵਾਏ ਜਾਣ ਤੋਂ ਬਾਅਦ ਉਸਦੀ ਹਾਲਤ ਹੈ ਜਿਹੜੀ ਉਹ ਬਿਲਕੁਲ ਨਾਜ਼ੁਕ ਬਣੀ ਹੁੰਦੀ ਹੈ। ਹੱਡੀ, ਰੀੜ੍ਹ ਦੀ ਹੱਡੀ ਉਸਦੀ ਟੁੱਟ ਜਾਂਦੀ ਹੈ। ਇਸ ਤੋਂ ਇਲਾਵਾ ਆਰੋਪੀ ਨੇ ਜਿਹੜੀ ਉਸਦੀ ਜੀਭ ਨੂੰ ਵੀ ਕੱਟ ਦਿੰਦੇ ਨੇ ਤਾਂ ਇੰਨੀ ਬੇਹੱਦ ਦਰਦਨਾਕ ਮੌਤ ਹੈ ਜਿਹੜੀ ਆਰੋਪੀਆਂ ਦੇ ਵੱਲੋਂ ਦਿੱਤੀ ਜਾਂਦੀ ਹੈ। ਤੇ ਸਭ ਤੋਂ ਬੇਹੱਦ ਜਿਹੜੀ ਦੁਖਦ ਖਬਰ ਇੱਥੇ ਇੱਕ ਇਹ ਵੀ ਹੈ ਕਿ ਯੂਪੀ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੈ ਜਿਹੜੀ ਉਸ ਪੀੜਤਾ ਦੀ ਜਾਂ ਉਸ ਪੀੜਤ ਦੇ ਪਰਿਵਾਰ ਵਾਲਿਆਂ ਦੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਰਾਤ ਦੇ 2:30 ਵਜੇ ਪੁਲਿਸ ਚੁੱਪਚਾਪ ਉਸ ਲੜਕੀ ਦਾ ਜਿਹੜਾ ਸੰਸਕਾਰ ਕਰ ਦਿੰਦੀ ਹੈ। ਤਾਂ ਇਸ ਨੂੰ ਲੈ ਕੇ ਦੇਸ਼ ਦੀ ਜਿਹੜੀ ਜੁਡੀਸ਼ਰੀ ਹੈ ਜਾਂ ਇਸ ਤੋਂ ਇਲਾਵਾ ਦੇਸ਼ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਹੁੰਦਾ ਕਿ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਇਹ ਨਾਰਾ ਲਾਇਆ ਜਾਂਦਾ ਕਿ ਭਾਰਤ ਦੇ ਵਿੱਚ ਜਿਹੜਾ ਬੇਟੀ ਬਚਾਓ ਦਾ ਨਾਰਾ ਲਗਾਤਾਰ ਸਰਕਾਰਾਂ ਨੇ ਜਿਹੜੀਆਂ, ਚਾਹੇ ਉਹ ਯੂਪੀ ਸਰਕਾਰ ਹੋਵੇ ਜਾਂ ਭਾਰਤ ਦੀ ਸਰਕਾਰ ਹੋਵੇ, ਉਹ ਲਗਾਉਂਦੀਆਂ ਰਹਿੰਦੀਆਂ ਨੇ। ਪਰ ਭਾਰਤ ਦੇ ਵਿੱਚ
ਅਤੇ ਯੂਪੀ ਦੇ ਵਿੱਚ ਇਸ ਤਰ੍ਹਾਂ ਦੇ ਗੈਂਗ ਰੇਪ ਨੇ ਉਹ ਵੀ ਸਾਹਮਣੇ ਆਉਂਦੇ ਨੇ। ਤਾਂ ਯੂਪੀ ਦੀ ਇਹ ਬੇਹੱਦ ਦਰਦਨਾਕ ਘਟਨਾ ਜਿਹੜੀ ਕੱਲ ਉੱਥੇ ਵਾਪਰੀ ਹੈ ਕਿ ਰਾਤ ਦੇ 2:30 ਵਜੇ ਇੱਕ ਗੈਂਗ ਰੇਪ ਪੀੜਤਾ ਨੂੰ ਉਸ ਦੀ ਮੌਤ ਤੋਂ ਬਾਅਦ ਚੁੱਪ ਚਪੀਤੇ ਬਿਨਾਂ ਪਰਿਵਾਰ ਵਾਲਿਆਂ ਨੂੰ ਦੱਸੇ ਉਸ ਦਾ ਦਾਹ ਸੰਸਕਾਰ ਕਰ ਦਿੱਤਾ ਜਾਂਦਾ ਹੈ। ਦੇਸ਼ ਦੀ ਉਹ ਬਹਾਦਰ ਧੀ ਜਿਸ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ ਗਈਆਂ, ਉਹ ਜ਼ੁਬਾਨ ਨਾ ਖੋਲ ਦੇਵੇ, ਇਸ ਕਰਕੇ ਉਸ ਦੀ ਜ਼ਬਾਨ ਤੱਕ ਵੱਢ ਦਿੱਤੀ। ਦਰਿੰਦਗੀ ਇੰਨੀ ਕਿ ਉਸ ਧੀ ਦੀ ਰੀੜ੍ਹ ਦੀ ਹੱਡੀ ਤੱਕ ਤੋੜ ਦਿੱਤੀ ਗਈ। ਉਸ ਬਹਾਦਰ ਧੀ ਨੇ ਮੰਗਲਵਾਰ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਸ ਬਹਾਦਰ ਧੀ ਨਾਲ ਹੋਈ ਦਰਿੰਦਗੀ ਦੀਆਂ ਗੱਲਾਂ ਸੁਣ ਕਿਸੇ ਦਾ ਵੀ ਕਾਲਜਾ ਮੂੰਹ ਨੂੰ ਆ ਜਾਵੇ, ਪਰ ਯੂਪੀ ਦੀ ਪੁਲਿਸ ਦਾ ਦਿਲ ਤਾਂ ਪੱਥਰ ਦਾ ਹੈ ਜਨਾਬ। ਉਸ ਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪੁਲਿਸ ਨੇ ਦੇਰ ਰਾਤ 2:30 ਵਜੇ ਹਾਥਰਸ ਗੈਂਗਰੇਪ ਪੀੜਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰਿਵਾਰ ਵਾਲੇ ਗਿੜਗਿੜਾਉਂਦੇ ਰਹੇ, ਆਖਰੀ ਵਾਰ ਆਪਣੀ ਧੀ ਨੂੰ ਵੇਖਣ ਲਈ ਦੁਹਾਈਆਂ ਦਿੰਦੇ ਰਹੇ। ਆਪਣੀ ਲਾਡਲੀ ਦਾ ਚਿਹਰਾ ਵੇਖਣ ਲਈ ਮਾਤਾ ਪਿਤਾ ਤੇ ਭਰਾ ਤੜਫ ਉੱਠੇ, ਪਰ ਪੁਲਿਸ ਵਾਲਿਆਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਅਤੇ ਦੇਰ ਰਾਤ ਹੀ ਉਸ ਧੀ ਦੀ ਲਾਸ਼ ਨੂੰ ਜਲਾ ਦਿੱਤਾ। ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪ੍ਰਸ਼ਾਸਨ ਨੇ ਜੋ ਕੀਤਾ, ਉਹ ਦੇਖ ਪਿੰਡ ਵਿੱਚ ਰੋਹ ਦੀ ਲਹਿਰ ਹੈ। ਦੱਸ ਦਈਏ ਕਿ ਰਾਤ ਜਦੋਂ ਪੁਲਿਸ ਪੀੜਤ ਦੀ ਲਾਸ਼ ਲੈ ਕੇ ਪਿੰਡ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਹੰਗਾਮਾ ਕਰ ਦਿੱਤਾ। ਉਹ ਲਾਸ਼ ਸੌਂਪਣ ਦੀ ਮੰਗ ਕਰ ਰਹੇ ਸੀ, ਪਰ ਪ੍ਰਸ਼ਾਸਨ ਅੰਤਿਮ ਸੰਸਕਾਰ ਦੀ ਜਲਦਬਾਜ਼ੀ ਵਿੱਚ ਸੀ। ਪਰਿਵਾਰ ਵਾਲੇ ਐਂਬੂਲੈਂਸ ਅੱਗੇ ਵੀ ਲੇਟ ਗਏ। ਇਸ ਦੌਰਾਨ ਪੁਲਿਸ ਤੇ ਪਿੰਡ ਵਾਲਿਆਂ ਵਿੱਚ ਝੜਪ ਵੀ ਹੋਈ। ਇਸ ਦੌਰਾਨ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ। ਲਾਸ਼ ਨੂੰ ਜਲਾਉਣ ਲਈ ਪੈਟਰੋਲ ਦਾ ਇਸਤੇਮਾਲ ਕਰਨ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਪ੍ਰਿਯੰਕਾ ਗਾਂਧੀ ਨੇ ਵੀ ਇਸ ਘਟਨਾ ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਪੀੜਤ ਦੇ ਪਰਿਵਾਰ ਦਾ ਅਧਿਕਾਰ ਖੋਇਆ ਅਤੇ ਮ੍ਰਿਤਕ ਨੂੰ ਸਨਮਾਨ ਤੱਕ ਨਹੀਂ ਦਿੱਤਾ। ਘੋਰ ਅਣਮਨੁੱਖਤਾ। ਤੁਸੀਂ ਅਪਰਾਧ ਤਾਂ ਰੋਕਿਆ ਨਹੀਂ, ਬਲਕਿ ਅਪਰਾਧੀਆਂ ਵਾਂਗ ਵਿਵਹਾਰ ਕੀਤਾ। ਅਤਿਆਚਾਰ ਰੋਕਿਆ ਨਹੀਂ, ਇੱਕ ਮਾਸੂਮ ਬੱਚੀ ਅਤੇ ਉਸ ਦੇ ਪਰਿਵਾਰ ਤੇ ਦੁੱਗਾ ਅਤਿਆਚਾਰ ਕੀਤਾ। ਯੋਗੀ ਆਦਿੱਤਿਆਨਾਥ ਅਸਤੀਫਾ ਦਿਓ। ਤੁਹਾਡੇ ਸ਼ਾਸਨ ਵਿੱਚ ਨਿਆਂ ਨਹੀਂ, ਸਿਰਫ ਅਨਿਆਏ ਦਾ ਬੋਲਬਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੇ ਹੁਕਮ ਦਿੱਤੇ ਨੇ। ਸਰਕਾਰ ਨੇ 3 ਮੈਂਬਰਾਂ ਦੀ SIT ਬਣਾ ਕੇ 7 ਦਿਨਾਂ ਵਿੱਚ ਰਿਪੋਰਟ ਦੇਣ ਦਾ ਕਿਹਾ ਹੈ। ਦੱਸ ਦਈਏ ਕਿ 14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਥਾਣਾ ਚੰਦਪਾਰ ਇਲਾਕੇ ਵਿੱਚ 4 ਲੋਕਾਂ ਨੇ 19 ਸਾਲ ਦੀ ਦਲਿਤ ਕੁੜੀ ਨਾਲ ਦੁਸ਼ਕਰਮ ਕੀਤਾ। ਵਾਰਦਾਤ ਤੋਂ ਬਾਅਦ ਆਰੋਪੀਆਂ ਨੇ ਕੁੜੀ ਨਾਲ ਉਹ ਦਰਿੰਦਗੀ ਕੀਤੀ ਕਿ ਸੁਣਨ ਵਾਲੇ ਕੰਬ ਗਏ। ਦਿੱਲੀ ਦੇ ਹਸਪਤਾਲ ਵਿੱਚ ਇਲਾਜ ਦੌਰਾਨ 29 ਸਤੰਬਰ ਨੂੰ ਕੁੜੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ 4 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਬਿਊਰੋ ਰਿਪੋਰਟ ਜਗਬਾਣੀ TV। ਤਾਂ ਇਸ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਇਹ ਹੈ ਕਿ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ ਤੇ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵੱਲੋਂ ਵੀ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ ਗਈ ਹੈ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਇਨਸਾਫ ਦਿੱਤਾ ਜਾਵੇਗਾ। ਪਰ ਸਿਰਫ ਦਾਅਵਾ ਹੀ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸ ਹੋਏ ਨੇ। ਕਿਸੇ ਵੀ ਪੀੜਤ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਜੇਕਰ ਮਿਲਿਆ ਤਾਂ ਬਹੁਤ ਸਾਰੇ ਸਾਲ ਲੱਗ ਗਏ ਨੇ। ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੋਰ तमाम ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ TV। ਕੈਮਰਾਮੈਨ ਪਰਮਿੰਦਰ ਦੇ ਨਾਲ ਮੈਂ ਨਵਜੋਤ ਕੌਰ, ਧੰਨਵਾਦ।